कर बेअंत, हों मित कर वर्णो, क्या जानो होए कैसो रे। करूं बेनती सतगुर अपने, मैं मूरख देहो उपदेसो रे। मैं मूरख की केतक बात है, कोट पराधी तरियारे। गुरु नानक जिन सुनिया पेखिया, से फिर गर्भास न परिया रे। सतनाम श्री वाहिगुरु साहिब जी। तती तोए ना पलवै, जे जल टुबी दे। फरीदा जो डोहागण रब दी, चूरेंदी चूरे। जां कुआरी ता चाओ, विवाही ता मामले। फरीदा एहो पछुताओ, वत कुआरी ना थियै। फरीदा एहो पछुताओ, वत कुआरी ना थियै। वाहिगुरु जी का खालसा, वाहिगुरु जी की फतेह। बाबा फरीद जी उन्हां मनुखां नूं पावन श्लोक राਹੀਂ समझा रहे हैं, जिन्हां ने अपने जीवन विच धार्मिक लिबास ते धारण कर लिया है। धार्मिक क्रियावां भी करते ने, पर उन्हां दा मनुख नूं प्रबल अहंकार है, मान है। अज दे विचार नूं समझण लई आओ फरीद साहब जी दे इन्हां पावन सलोकां नूं विचारांगे। तती तोए ना पलवै, जे जल टुबी दे। 62 नंबर ਅਤੇ 63 नंबर सलोक जिसका मूल पाठ किया। धन धन श्री गुरु ग्रंथ साहब महाराज जी की असीस प्राप्त कर रहे सत्संगी जनों, बाबा फरीद जी सानू सुचेत करते हुए आख रहे हैं, फरीदा काले मैंडे कपड़े, काला मैंडा वेस। गुण ही भरिया मैं फिरां, लोक कह दरवेश। जे आपां धार्मिक जीवन की गल करिए
ਤੇ ਜਿੰਨੇ ਵੀ ਮਨੁੱਖ ਧਾਰਮਿਕ ਮੰਦਰਾਂ ਨਾਲ, ਧਾਰਮਿਕ ਅਸਥਾਨਾਂ ਨਾਲ ਅਤੇ ਧਰਮ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਦੇਖ ਕੇ ਲੋਕ ਕੋਈ ਸੰਤ ਕਹਿੰਦਾ ਹੈ, ਕੋਈ ਦੇਵਤਾ ਕਹਿੰਦਾ ਹੈ, ਕੋਈ ਸਾਧ ਕਹਿੰਦਾ ਹੈ, ਕੋਈ ਪੀਰ ਕਹਿੰਦਾ ਹੈ, ਕੋਈ ਉਹਨਾਂ ਨੂੰ ਦਰਵੇਸ਼ ਆਖਦਾ ਹੈ। ਪਰ ਮੁਤਾਲਾ ਕਰਨਾ ਪਏਗਾ ਕਿ ਉਹ ਦਰਵੇਸ਼ ਬਣੇ ਕਿ ਨਹੀਂ। ਕਿਤੇ ਐਸਾ ਤੇ ਨਹੀਂ ਕਿ ਧਾਰਮਿਕ ਮੰਦਰ ਦੀ ਆਵਾਜਾਈ, ਧਾਰਮਿਕ ਅਸਥਾਨਾਂ ਨਾਲ ਜੁੜਾਓ, ਜਾਂ ਧਾਰਮਿਕ ਜਿਹੜੇ ਲਿਬਾਸ ਧਾਰਨ ਕੀਤੇ ਹੋਏ ਨੇ, ਕਿਤੇ ਉਹਨਾਂ ਦਾ ਮਾਣ ਤੇ ਨਹੀਂ, ਅਹੰਕਾਰ ਤੇ ਨਹੀਂ। ਆਓ ਇਹ ਵਿਚਾਰਾਂ ਨੂੰ ਸਮਝਦੇ ਹਾਂ। ਸਾਰਿਆਂ ਨੇ ਹਾਜ਼ਰੀਆਂ ਗੁਰਚਰਨਾਂ ਚ ਲਵਾਉਣੀਆਂ। ਜਿੱਥੇ ਵੀ ਬੈਠ ਕੇ ਆਪ ਸੰਗਤਾਂ ਇਸ ਮਾਧਿਅਮ ਦੇ ਰਾਹੀਂ ਇਹ ਪ੍ਰੋਗਰਾਮ ਸਰਵਣ ਕਰ ਰਹੀਆਂ ਹਨ ਔਰ ਸਤਸੰਗਤ ਦਾ ਰੂਪ ਬਣ ਕੇ, ਸਤਸੰਗੀ ਬਣ ਕੇ ਆਪਣੇ ਜੀਵਨ ਦੀ ਪਰਚੋਲ ਕਰਨ ਵਾਸਤੇ ਸਮਾਂ ਕੱਢਿਆ ਹੈ। ਪੂਰਨ ਤੌਰ ਤੋਂ ਇਕਾਗਰਤਾ ਬਖਸ਼ਦੇ ਹੋਏ ਪਿਆਰ ਨਾਲ ਦਾਸ ਨੂੰ ਅਸੀਸ ਬਖਸ਼ੋ ਕਿ ਮੈਂ ਗੁਰੂ ਕੀ ਵਿਚਾਰ, ਗੁਰੂ ਕੇ ਬਚਨ ਤੁਹਾਡੇ ਨਾਲ ਸਾਂਝੇ ਕਰ ਸਕਾਂ। ਇੱਕ ਵਾਰੀ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ, ਸਤਨਾਮ ਸ੍ਰੀ ਵਾਹਿਗੁਰੂ। ਸੰਸਾਰ ਦੇ ਵਿੱਚ ਮਨੁੱਖ ਦੀ ਇੱਕ ਪ੍ਰਬਲ ਇੱਛਾ ਹੈ ਧਾਰਮਿਕ ਹੋ ਜਾਣਾ, ਦਰਵੇਸ਼ ਬਣ ਜਾਣਾ, ਪੀਰ ਬਣ ਜਾਣਾ, ਦੇਵਤੇ ਬਣ ਜਾਣਾ, ਮਹਾਨ ਮਨੁੱਖ ਬਣ ਜਾਣਾ। ਇਹ ਮਨੁੱਖ ਦੇ ਅੰਦਰ ਦੀ ਇੱਕ ਇੱਛਾ ਹੈ, ਭਾਵਨਾ ਹੈ। ਔਰ ਕਈ ਵਾਰੀ ਦਰਵੇਸ਼ਾਂ ਨੂੰ ਵੇਖ ਕੇ ਆਮ ਮਨੁੱਖ ਵੀ ਉਹ ਭੇਖ ਧਾਰਨ ਕਰ ਲੈਂਦੇ ਹਨ, ਉਹ ਲਿਬਾਸ ਧਾਰਨ ਕਰ ਲੈਂਦੇ ਨੇ ਕਿ ਜਿਵੇਂ ਲੱਗੇ ਕਿ ਇਹ ਵਾਕਈ ਦਰਵੇਸ਼ ਹੈ, ਧਾਰਮਿਕ ਹੈ ਅਤੇ ਧਰਮ ਨਾਲ ਜੁੜਿਆ ਹੋਇਆ ਹੈ। ਔਰ ਇਹ ਸੁਭਾਵਿਕ ਹੈ ਕਿ ਐਸੇ ਮਨੁੱਖ ਨੂੰ ਜਦੋਂ ਕੋਈ ਵੇਖਦਾ ਹੈ ਜਿਸਨੇ ਧਾਰਮਿਕ ਲਿਬਾਸ ਪਾਇਆ ਹੋਵੇ, ਧਾਰਮਿਕ ਚਿੰਨ੍ਹ ਸਰੀਰ ਤੇ ਧਾਰਨ ਕੀਤੇ ਹੋਣ, ਤੇ ਭੁਲੇਖਾ ਪੈ ਜਾਣਾ ਸੁਭਾਵਿਕ ਹੈ ਕਿ ਇਹ ਮਨੁੱਖ ਧਾਰਮਿਕ ਹੋਏਗਾ। ਔਰ ਆਖਿਰਕਾਰ ਅਸੀਂ ਉਹਨੂੰ ਧਾਰਮਿਕ ਸਮਝ ਹੀ ਲੈਂਦੇ ਹਾਂ। ਵੈਸੇ ਵੀ ਜਦੋਂ ਸਾਨੂੰ ਕੋਈ ਲਿਬਾਸ ਵਿੱਚ ਨਜ਼ਰ ਆਵੇ ਔਰ ਧਾਰਮਿਕ ਦਿਖਾਈ ਦੇਵੇ, ਸਾਨੂੰ ਧਾਰਮਿਕ ਸਮਝ ਲੈਣਾ ਚਾਹੀਦਾ ਹੈ। ਭਾਵੇਂ ਉਹ ਧਾਰਮਿਕ ਹੈ ਕਿ ਨਹੀਂ, ਇਸ ਨਾਲ ਸਾਡਾ ਵਾਸਤਾ ਨਹੀਂ ਹੋਣਾ ਚਾਹੀਦਾ। ਕਿਉਂਕਿ ਗੱਲ ਕੀ, ਜਦੋਂ ਤੁਸੀਂ ਇਸ ਚਮੜੀ ਦੇ ਥੱਲੇ ਵੇਖੋਗੇ ਤਾਂ ਥੱਲੇ ਮਿੱਝ ਹੈ, ਗੰਧ ਹੈ, ਮੰਦ ਹੈ, ਪਰ ਉੱਪਰੋਂ ਪਰਮਾਤਮਾ ਨੇ ਚਮੜੀ ਦੀ ਕਵਰ ਪਾ ਕੇ ਇਸ ਤਨ ਨੂੰ ਕੱਜ ਦਿੱਤਾ ਹੈ, ਸਵਾਰ ਦਿੱਤਾ ਹੈ, ਸੁੰਦਰ ਬਣਾ ਦਿੱਤਾ। ਔਰ ਧਰਮ ਦੀ ਇਹ ਵਿਚਾਰ ਹੈ ਕਿ ਜਦੋਂ ਕਿਸੇ ਨੂੰ ਵੇਖੋ ਤੇ ਉੱਪਰੋਂ ਵੇਖਣਾ ਚਾਹੀਦਾ ਹੈ। ਔਰ ਤਕਰੀਬਨ ਲੋਕ ਉੱਪਰੋਂ ਸਾਰੇ ਧਰਮੀ ਨਜ਼ਰ ਆਉਣਗੇ। ਜਦੋਂ ਕਿਸੇ ਨੂੰ ਵੇਖਣਾ ਉਸ ਨੂੰ ਉੱਪਰੋਂ ਵੇਖੋ। ਜਦੋਂ ਆਪਣੇ ਆਪ ਨੂੰ ਵੇਖਣਾ ਤਾਂ ਇਸ ਤਰ੍ਹਾਂ ਵੇਖੀਏ ਜਿਵੇਂ ਬਾਬਾ ਫਰੀਦ ਜੀ ਕਹਿ ਰਹੇ ਨੇ, ਆਪਣੇ ਅੰਦਰ ਦੇਖਦਾ ਹਾਂ ਤੇ ਮੈਨੂੰ ਪਤਾ ਚੱਲਿਆ, ਸਮਝ ਆਈ ਹੈ ਕਿ ਮੈਂ ਗੁਨਾਹ ਨਾਲ ਭਰਿਆ ਹੋਇਆ। ਦੂਜੇ ਦੇ ਸ਼ੁਭ ਗੁਣ ਦੇਖਣੇ ਚਾਹੀਦੇ ਨੇ ਤੇ ਆਪਣੇ ਔਗੁਣ ਦੇਖਣੇ ਚਾਹੀਦੇ ਨੇ।
ਇਸ ਤਰ੍ਹਾਂ ਧਰਮ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ, ਜਿਹਨੂੰ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਵੇਸ, ਗੁਣ ਹੀ ਕਹੈ ਦਰਵੇਸ਼। ਆਪਾਂ ਕੱਲ੍ਹ ਇਸ ਨੂੰ ਵਿਚਾਰਿਆ ਸੀ, ਔਰ ਇਹ ਬੜੀ ਸ਼੍ਰੋਮਣੀ ਵਿਚਾਰ ਹੈ ਕਿ ਜਦੋਂ ਮਨੁੱਖ ਨੂੰ ਸਾਰਿਆਂ ਦੇ ਵਿੱਚ ਗੁਣ ਨਜ਼ਰ ਆਉਣ ਤੇ ਆਪਣੇ ਅੰਦਰ ਉਹ ਗੁਣ ਨਜ਼ਰ ਆਉਣ। ਪਰ ਮਨੁੱਖ ਦੀ ਹਾਲਤ ਹੈ ਦੂਜੇ ਦੇ ਅੰਦਰ ਔਗੁਣ ਨਜ਼ਰ ਆਉਂਦੇ ਨੇ ਤੇ ਆਪਣੇ ਅੰਦਰ ਗੁਣ ਨਜ਼ਰ ਆਉਂਦੇ ਹਨ। ਇਸ ਕਰਕੇ ਬਾਬਾ ਫਰੀਦ ਜੀ ਨੂੰ ਇੱਕ ਵਿਚਾਰ ਅੱਜ ਸਮਝਾਉਣੀ ਪਈ ਕਿ ਕਈ ਵਾਰੀ ਮਨੁੱਖ ਧਾਰਮਿਕ ਅਸਥਾਨਾਂ ਤੇ ਜਾਂਦੇ ਨੇ, ਧਾਰਮਿਕ ਅਸਥਾਨ ਨਾਲ ਜੁੜ ਕੇ ਸਤਸੰਗਤ ਵਿੱਚ ਰਹਿ ਕੇ ਪਰ ਫਿਰ ਵੀ ਇੱਕ ਮਾਣ ਕਰ ਲੈਂਦੇ ਹਨ ਕਿ ਮੇਰੇ ਵਰਗਾ ਕੋਈ ਧਾਰਮਿਕ ਨਹੀਂ, ਮੇਰੇ ਵਰਗਾ ਕੋਈ ਸਤਸੰਗੀ ਨਹੀਂ, ਮੇਰੇ ਵਰਗਾ ਕੋਈ ਪ੍ਰੇਮੀ ਨਹੀਂ, ਮੇਰੇ ਵਰਗਾ ਕੋਈ ਦਾਨੀ ਨਹੀਂ, ਮੇਰੇ ਵਰਗਾ ਕੋਈ ਧਾਰਮਿਕ ਨਹੀਂ। ਤੇ ਇਹ ਇਸ ਤਰ੍ਹਾਂ ਨੇ ਬਾਬਾ ਫਰੀਦ ਜੀ ਕਹਿੰਦੇ ਜਿਹੜਾ ਮਨੁੱਖ ਸਤਸੰਗਤ ਕਰਨ ਵਾਲਾ, ਭਗਤੀ ਕਰਨ ਵਾਲਾ, ਧਾਰਮਿਕ ਮੰਦਰਾਂ ਵਿੱਚ ਰਹਿਣ ਵਾਲਾ, ਧਾਰਮਿਕ ਅਸਥਾਨਾਂ ਤੇ ਸੰਗਤ ਕਰਨ ਵਾਲਾ, ਔਰ ਜੇ ਐਸਾ ਮਨੁੱਖ ਇਹ ਸਮਝ ਲੈਂਦਾ ਹੈ ਕਿ ਮੇਰੇ ਵਰਗਾ ਗਿਆਨੀ ਕੋਈ ਨਹੀਂ, ਮੇਰੇ ਵਰਗਾ ਧਿਆਨੀ ਕੋਈ ਨਹੀਂ, ਮੇਰੇ ਵਰਗਾ ਪੀਰ ਕੋਈ ਨਹੀਂ, ਖਿਆਲ ਕਰਨਾ ਇਹ ਤਾਂ ਇਸ ਤਰ੍ਹਾਂ ਜਿਵੇਂ ਕਿ ਪਾਣੀ ਨੇ ਹੀ ਖੇਤੀ ਨੂੰ ਸਾੜ ਦਿੱਤਾ ਹੋਵੇ। ਜਿਵੇਂ ਕਿ ਬਾੜ ਆ ਜਾਂਦੀ ਹੈ ਨਾ, ਕਈ ਵਾਰੀ ਪਾਣੀ ਕਈ ਦਿਨ ਭਰਿਆ ਰਹਿੰਦਾ ਹੈ ਤੇ ਉਸ ਪਾਣੀ ਦੇ ਨਾਲ ਖੇਤੀ ਸੜ ਜਾਂਦੀ ਹੈ। ਵੈਸੇ ਪਾਣੀ ਦਾ ਕੰਮ ਹਰੀ ਭਰੀ ਕਰਨਾ, ਔਰ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਵੀ ਹੈ ਕਿ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ। ਪਹਿਲਾ ਪਾਣੀ ਜੀਉ ਹੈ ਜਿਸ ਦੇ ਨਾਲ ਸਾਰਾ ਸੰਸਾਰ ਹਰਾ ਭਰਾ ਹੁੰਦਾ ਹੈ। ਪਾਣੀ ਹਰਿਆਵਲ ਦਿੰਦਾ ਹੈ, ਪਾਣੀ ਖੇਤੀ ਦੇ ਅੰਦਰ ਨਵੀਂ ਰੂਹ ਫੂਕ ਦਿੰਦਾ ਹੈ। ਪਰ ਸੱਚ ਜਾਣਨਾ ਬਾਬਾ ਫਰੀਦ ਜੀ ਕਹਿੰਦੇ ਨੇ ਤਤੀ ਤੋਏ ਨਾ ਪਲਵੈ। ਤਤੀ ਦਾ ਅਰਥ ਹੈ ਸੜੀ ਹੋਈ, ਤੋਏ ਦਾ ਅਰਥ ਹੈ ਪਾਣੀ ਵਿੱਚ, ਨਾ ਪਲਵੈ ਦਾ ਅਰਥ ਹੈ ਪਲਰਦੀ ਨਹੀਂ, ਪ੍ਰਫੁੱਲਿਤ ਨਹੀਂ ਹੁੰਦੀ ਖੇਤੀ। ਜਿਵੇਂ ਕਿਸੇ ਖੇਤੀ ਨੂੰ ਸੁੱਕੀ ਹੋਈ ਨੂੰ ਆਪਾਂ ਦੇਖਦੇ ਹਾਂ ਤੇ ਬੰਦੇ ਕਹਿੰਦੇ ਨੇ ਵੀ ਪਾਣੀ ਮੰਗ ਰਹੀ ਹੈ, ਪਾਣੀ ਦੇਣਾ ਚਾਹੀਦਾ ਹੈ। ਸੁੱਕਦੀ ਖੇਤੀ ਪਾਣੀ ਨਾਲ ਹਰੀ ਭਰੀ ਹੋ ਜਾਂਦੀ ਹੈ, ਪਰ ਜਿਹੜੀ ਖੇਤੀ ਪਾਣੀ ਦੇ ਨਾਲ ਹੀ ਸੜ ਗਈ ਹੈ, ਸੜਾਓ ਪੈਦਾ ਹੋ ਗਿਆ, ਪਾਣੀ ਕਈ ਦਿਨ ਭਰਿਆ ਰਿਹਾ ਤੇ ਜਿਹੜੀ ਖੇਤੀ ਸੀ ਉਹ ਅੰਦਰ ਸੜ ਗਈ। ਹੁਣ ਕੋਈ ਆਖੇ ਵੀ ਇਹ ਸੜੀ ਹੋਈ ਖੇਤੀ ਨੂੰ ਪਾਣੀ ਜਾਏਗੀ, ਬਾਬਾ ਫਰੀਦ ਜੀ ਕਹਿੰਦੇ ਇਹ ਨਹੀਂ ਹੋ ਸਕਦੀ, ਕਿਉਂਕਿ ਪਾਣੀ ਦੀ ਬਹੁਤਾਤ ਨੇ, ਪਾਣੀ ਦੀ ਅਧਿਕਤਾ ਨੇ, ਪਾਣੀ ਕੁਝ ਸਮਾਂ ਖੜਿਆ ਰਿਹਾ, ਇਸ ਕਰਕੇ ਇਹ ਖੇਤੀ ਪਾਣੀ ਵਿੱਚ ਹੀ ਸੜੀ ਹੋਈ ਹੈ ਤੇ ਹੁਣ ਇਹ ਹਰੀ ਨਹੀਂ ਹੁੰਦੀ। ਤਤੀ ਤੋਏ ਨਾ ਪਲਵੈ ਜੇ ਜਲ ਟੁੱਬੀ ਦੇ। ਬਾਬਾ ਫਰੀਦ ਜੀ ਆਖਣ ਲੱਗੇ, ਕਹਿੰਦੇ ਨੇ ਭਾਵੇਂ ਉਸ ਖੇਤੀ ਨੂੰ ਪਾਣੀ ਵਿੱਚ ਕੋਈ ਡੋਬ ਵੀ ਦੇਵੇ, ਕਿਉਂਕਿ ਜਿਹੜੀ ਪਾਣੀ ਨਾਲ ਸੜੀ ਹੋਈ ਹੈ, ਪਾਣੀ ਨਾਲ ਜਿਹੜੀ ਖੇਤੀ ਗਲ ਚੁੱਕੀ ਹੈ, ਸੜ ਚੁੱਕੀ ਹੈ, ਤੇ ਕੋਈ ਬੰਦਾ ਆਖੇ ਕਿ ਇਸ ਨੂੰ ਪਾਣੀ ਵਿੱਚ ਡੋਬ ਦਈਏ, ਕੋਨਾ ਕੁ ਪਾਣੀ ਭਰ ਦਈਏ, ਪਰ ਹੁਣ ਪਾਣੀ ਨਾਲ ਉਸਨੇ ਹਰਾ ਭਰਾ ਨਹੀਂ ਹੋਣਾ। ਸੱਚ ਜਾਣਨਾ ਬਹੁਤਿਆਂ ਦੀ ਜ਼ਿੰਦਗੀ ਬਾਬਾ ਫਰੀਦ ਜੀ ਸਮਝਾਉਣਾ ਚਾਹੁੰਦੇ ਨੇ ਇਸ ਤਰ੍ਹਾਂ ਦੀ ਹੀ ਹੈ। ਆਓ ਕਿ ਜਿਹੜੀ ਜੀਵ ਇਸਤਰੀ ਆਪਣੇ ਵੱਲੋਂ ਰੱਬ ਦੇ ਰਾਹ ਤੇ ਤੁਰਦੀ ਹੋਈ ਪਰ ਰੱਬ ਤੋਂ ਵਿਛੜੀ ਹੋਈ ਹੈ, ਤੁਰੀ ਸੀ ਰੱਬ ਦੇ ਪਾਸਿਓਂ, ਪਰਮਾਤਮਾ ਵਾਲੇ ਪਾਸੋਂ ਤੁਰੀ ਸੀ ਜੀਵ ਇਸਤਰੀ, ਸਤਸੰਗਤ ਆਰੰਭ ਕੀਤੀ ਸੀ, ਧਾਰਮਿਕ ਮੰਦਰ ਵਿੱਚ ਜਾਣਾ ਆਰੰਭ ਕੀਤਾ ਸੀ, ਨਵਾਜ਼ਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਸਨ, ਸਤਸੰਗ ਦੇ ਵਿੱਚ ਬੈਠਣਾ ਸ਼ੁਰੂ ਕੀਤਾ ਸੀ, ਪਰ ਇਹ ਮਾਣ ਹੋ ਗਿਆ ਕਿ ਮੈਂ ਧਾਰਮਿਕ ਮੰਦਰ ਜਾਂਦਾ ਹਾਂ, ਮੈਂ ਪੰਜ ਵਕਤ ਦਾ ਨਵਾਜੀ ਹਾਂ, ਮੈਂ ਗੁਰਦੁਆਰੇ ਸਤਸੰਗਤ ਕਰਦਾ ਹੈ, ਦੂਜੇ ਨਹੀਂ ਕਰਦੇ, ਮੈਂ ਕਰਦਾ। ਇਹ ਮਾਣ ਮਨੁੱਖ 'ਚ ਪੈਦਾ ਹੋ ਗਿਆ, ਔਰ ਮਨੁੱਖ ਦੀ ਹਾਲਤ ਐਸੀ ਹੋ ਗਈ ਜਿਵੇਂ ਪਾਣੀ ਦੇ ਨਾਲ ਖੇਤੀ ਹਰੀ ਭਰੀ ਹੁੰਦੀ ਹੈ,
पर इस पानी के नाल ही इस मनुख की खेती जिहड़ी है वो सड़ गई है कि मेरे वर्गा सत्संगी कोई नहीं, मेरे वर्गा ज्ञानी कोई नहीं, मेरे वर्गा नितनेमी कोई नहीं, मेरे वर्गा प्रेमी कोई नहीं। आखिर बंदा कह ही दिंदा मैं पक्का प्रेमी हाँ, मैं पक्का दानी हाँ। तो बाबा फरीद जी आखदे ने कि जेड़ी खेती पानी नाल ही सड़ी हुई है वो खेती फिर हरी नहीं हुंदी। भावें उस खेती नूं जितना मर्जी पानी दिओ, भावें खेती नूं पानी विच कोई डोब भी दवे तां भी उसने हरी नहीं होना। ज्ञान तो भगवान मिलना सी पर ज्ञान तो हंकार ही पले पिया। ध्यान तो परमात्मा मिलना सी पर ध्यान ही अहंकार बन गया। सत्संगत तो सत प्राप्त होना सी पर सत्संगत ही अहंकार का कारण बन गई। उस बाबत बाबा फरीद जी कहने फरीदा जो डोहागन रब दी चूरेंदी चूरे। आखन कि इस तरह जो जीव स्त्री अपने वालों रब के राह ते तुरदी है पर रब तो विछड़ी हुई है। डोहागन का अर्थ है दुहागन, दुर्भागन, मंदे भागां वाली, छुट्टर। रब नालों विछड़ी हुई, झुरेंदी झुरे। वो हमेशा ही सदा ही दुखी हुंदी है, झुरदी है, दुखी हुंदी है। भावें वो राह ते तुरी सी, भावें उसने सत्संगत आरंभ की सी, पर उसने की कीता वो मंदे भागां वाली बन गई, दुहागन बन गई, क्योंकि उसने उस काम का अहंकार कर लिया। रब तो विछड़ी रही, राह ते भावें विसग तुरी सी। बाबा फरीद जी समझाना चाहते ने कि फकीरी लिबास होंदियां भी जे मन गुणा नाल भरिया रहा, लिबास फकीरी है, देखण नूं ऐसा लगता है जिवें कि यह सुहागण होवे। हथ विच जूड़ा भी पाया है, तन ते सुहाग दे वस्त्र भी सजाए ने, पर खसम नहीं मिलिया। भावें खसम नूं मनो मन सोचिया सी भी मेरा खसम इदां दा है, मेरा खसम इदां दा है, मन विच एक विचार कीती सी, पर ऐसी जीव स्त्री जिहड़ी रब तो विछड़ी हुई है वो झुरदी है, दुखी हुंदी है, वो हमेशा ही पछतावे विच रहिंदी है। बाबा फरीद जी साडा ध्यान इस पासे दिवाना चाहते हैं कि एक मनुख ने फकीरी लिबास भी पहनिया होया है, देखण नूं धार्मिक लगता है, पर धार्मिक स्थान ते रहन वाला मनुख है गुणा नाल भरिया होया। और मेरे वर्गे बहुते लोग मिलणगे जिहड़े धार्मिक स्थानां ते बैठे ने पर नफरत नाल, ईगो अहंकार नाल, विकारां दे नाल, बुराइयां नाल नको नग भरे ने। बहुतियां दी हालत है। इस करके ही भाई मर्दाना जी ने एक गल आखी सी, गुरु नानक पातशाह, एक गल दसो, एक मनमुख है ते वो आप जी की संगत करे कि वह बदल सकता है? गुरु नानक पातशाह कहते नहीं। मालक ने आप जी के पावन वचनों की संगत करे, आप जी कोल बैठे, आप जी की सत्संगत विच आवे, तो उसका जीवन जिहड़ा वो तब्दील होना चाहिए। तो गुरु नानक पातशाह ने एक गल आखी सी कि तब्दील नहीं होना भाई मर्दाना। वो पुछदा क्यों सतगुरु? आखन लगे गल ये है कि एक डड्डू जिहड़ा वो कमल के फुल कोल रहिंदा है, कमल के फुल कोल रहिंदियां भी वो कमल की सार नहीं जानता। दादर तू कबै न जानस रे, पकस सिवाल वसस निर्मल जल, अमृत नाल खसरे। भौरा उस चिक्कड़ विच नहीं रहिंदा, पर जिथे कमल जिस चिक्कड़ च जन्म लिया डड्डू भी उत्थे ही रहिंदा है, पर वो कदी उसकी सार नहीं जानता। भौरे दूरों आउंदे ने, कमल का रस लैंदे ने, और कई बारी कमल नाल इतना प्यार करते हैं कि उसके फुल के अंदर बंद होकर अपनी जान तक गवा देंदे ने,
ਉਹ ਪ੍ਰੇਮੀ ਨੇ, ਆਪਣਾ ਆਪ ਕੁਰਬਾਨ ਕਰ ਦਿੰਦੇ ਨੇ। ਪਰ ਡੱਡੂ ਨੂੰ ਤੇ ਉੱਥੇ ਰਹਿ ਕੇ ਵੀ ਕਮਲ ਦੀ ਸਾਰ ਨਹੀਂ। ਗੁਰੂ ਸਾਹਿਬ ਨੇ ਉਸ ਸ਼ਬਦ ਵਿੱਚ ਕਈ ਉਦਾਹਰਨਾਂ ਦਿੱਤੀਆਂ। ਗੁਰੂ ਸਾਹਿਬ ਨੇ ਕਿਹਾ, ਚਿੱਚੜ ਭਾਈ ਮਰਦਾਨਾ ਠਣਾ ਕੋਲ ਰਹਿੰਦਾ, ਜਿੱਥੇ ਕਿ ਬਛੜਾ ਦੁੱਧ ਪੀਂਦਾ ਹੈ ਪਰ ਚਿੱਚੜ ਖੂਨ ਪੀ ਰਿਹਾ। ਇੱਕ ਤੁੰਬਾ ਹੋਵੇ, ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਉਹ ਕੋੜਾ ਹੋਵੇ ਤੇ ਮੈਂ ਉਸਦੀ ਜੜ ਦੇ ਵਿੱਚ, ਤੁੰਬੇ ਦੀ ਬੇਲ ਦੇ ਵਿੱਚ ਮੈਂ ਸ਼ੱਕਰ ਪਾ ਦਿਆਂ, ਖੰਡ ਪਾ ਦਿਆਂ, ਕਿ ਉਹ ਮਿੱਠਾ ਹੋ ਸਕਦਾ ਹੈ? ਭਾਈ ਮਰਦਾਨੇ ਨੂੰ ਕਹਿਣਾ ਪਿਆ ਸੀ, ਨਹੀਂ ਹੋ ਸਕਦਾ। ਆਖਣ ਲੱਗੀ, ਬਸ ਮਨਮੁਖ ਮਨੁੱਖ ਨੂੰ ਬਦਲਿਆ ਨਹੀਂ ਜਾ ਸਕਦਾ। ਦੇਖਣ ਨੂੰ ਲਿਬਾਸ ਧਾਰਮਿਕ ਹੁੰਦਾ ਹੈ, ਦੇਖਣ ਨੂੰ ਲੱਗਦਾ ਵੀ ਇਹ ਧਾਰਮਿਕ ਸਥਾਨ ਤੇ ਰਹਿੰਦਾ ਹੈ, ਫਕੀਰੀ ਲਿਬਾਸਾਂ ਨਾਲ ਇਸ ਦਾ ਵਾਸਤਾ ਹੈ। ਪਰ ਬਾਬਾ ਫਰੀਦ ਕਹਿੰਦੇ, ਫਕੀਰੀ ਲਿਬਾਸ ਹੁੰਦਿਆਂ ਵੀ ਜੇ ਮਨ ਗੁਣਾਂ ਨਾਲ ਭਰਿਆ ਰਿਹਾ, ਦਰਵੇਸ਼ ਬਣ ਕੇ ਵੀ ਜੇ ਵਿਸਗੰਦਲਾਂ ਦੀ ਖਾਤਰ ਮਨ ਵਿੱਚ ਭਰਾਂਦ ਰਹੀ, ਸਤਸੰਗਤ ਵਿੱਚ ਰਹਿ ਕੇ ਵੀ ਜੋ ਮਨ ਸਹਿਮਿਆਂ ਵਿੱਚ, ਸੰਸਿਆਂ ਵਿੱਚ, ਭਰਮਾਂ ਵਿੱਚ, ਹੰਕਾਰ 'ਚ ਹੀ ਰਿਹਾ, ਤਾਂ ਭਾਗਾਂ ਵਿੱਚ ਸਦਾ ਝੋਰਾ ਹੀ ਝੋਰਾ ਹੈ। ਸਤਸੰਗਤ ਨੇ ਮਨੁੱਖ ਨੂੰ ਬਦਲਣਾ ਸੀ। ਸਤਸੰਗਤ ਦਾ ਮਾਣ ਮਨੁੱਖ ਕਿਤੇ ਛੱਡ ਦੇਵੇ, ਪਰ ਬੰਦਾ ਛੱਡਦਾ ਨਹੀਂ ਮਾਣ। ਜੇ ਸਤਸੰਗਤ ਵਿੱਚ ਬੈਠਣ ਵਾਲਾ, ਧਾਰਮਿਕ ਸਥਾਨਾਂ ਦੇ ਵਿੱਚ ਰਹਿਣ ਵਾਲਾ ਮਨੁੱਖ ਹੋਵੇ ਵੀ ਮੈਂ ਇਹ ਨਹੀਂ ਕਰਦਾ, ਮੈਂ ਇਹ ਨਹੀਂ ਕਰਦਾ, ਇਹ ਕਿਵੇਂ ਹੋ ਸਕਦਾ? ਉਹ ਜੇ ਨਹੀਂ ਕਰਦਾ ਉਹ ਵੀ ਝੂਠ ਬੋਲ ਦਿੰਦਾ, ਮੈਂ ਇਹ ਕਰਦਾ। ਬਹੁਤੇ ਧਾਰਮਿਕ ਲੋਕ ਮੈਂ ਦੇਖੇ ਨੇ, ਗੁਸਤਾਖੀ ਮਾਫ, ਜਿਹੜੇ ਲੋਕ ਪਾਠ ਨਹੀਂ ਵੀ ਕਰਦੇ ਉਹ ਝੂਠ ਬੋਲ ਦੇਣਗੇ ਕਰਦੇ ਆ। ਬੜਿਆਂ ਨੂੰ ਦੇਖਿਆ, ਨਹੀਂ ਵੀ ਸੇਵਾ ਕਰਦੇ ਝੂਠ ਬੋਲ ਦੇਣਗੇ ਸੇਵਾ ਕੀਤੀ ਹੈ, ਕਿਉਂਕਿ ਝੂਠ ਬੋਲਣ ਤੇ ਕੁਛ ਪੈਸਾ ਨਹੀਂ ਨਾ ਲੱਗਦਾ। ਲੋਕ ਕਹਿਣਗੇ ਬੜੇ ਧਾਰਮਿਕ ਨੇ ਜੀ, ਗੁਰੂ ਘਰ ਰਹਿੰਦੇ ਨੇ, ਬੜੀ ਸੇਵਾ ਕਰਦੇ ਨੇ, ਬੜੀ ਭਾਵਨਾ ਵਾਲੇ ਨੇ। ਕੱਖ ਨਹੀਂ ਪੱਲੇ ਗੁਸਤਾਖੀ ਮਾਫ, ਕੋਈ ਸੇਵਾ ਨਹੀਂ, ਕੋਈ ਭਾਵਨਾ ਨਹੀਂ, ਕੋਈ ਸ਼ਰਧਾ ਨਹੀਂ। ਔਰ ਇਸ ਤਰ੍ਹਾਂ ਦੀ ਹਾਲਤ ਉਹਨਾਂ ਦੀ, ਜਿਵੇਂ ਕਿ ਬਰਸਾਤ ਦੇ ਨਾਲ ਖੇਤੀ ਸੜ ਜਾਏ, ਇਸ ਤਰ੍ਹਾਂ ਉਹ ਗੁਰੂ ਘਰ ਵਿੱਚ ਰਹਿ ਕੇ ਵੀ ਹਰ ਵੇਲੇ ਸੜੇ ਭੁੰਜੇ ਬਲੇ, ਅੰਦਰ ਸਾੜਾ ਹੀ ਸਾੜਾ ਨਜ਼ਰ ਆਉਂਦਾ ਹੈ। ਧਰਮ ਦੀ ਕੋਈ ਕਿਰਿਆ ਉਹਨਾਂ ਦੇ ਜੀਵਨ 'ਚ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦੀ। ਬਾਬਾ ਫਰੀਦ ਜੀ ਬੜੇ ਸਖਤ ਬੋਲਾਂ ਦੇ ਵਿੱਚ ਸਾਨੂੰ ਸਮਝਾ ਰਹੇ ਨੇ। ਕਹਿੰਦੇ ਉਹ ਹਮੇਸ਼ਾ ਹੀ ਝੋਰੇ ਵਿੱਚ ਰਹਿੰਦੇ ਨੇ, ਝੁਰਦੇ ਰਹਿੰਦੇ ਨੇ, ਜਿਹੜੇ ਧਾਰਮਿਕ ਲਿਬਾਸ ਤਾਂ ਪਾਉਂਦੇ ਹਨ ਪਰ ਧਾਰਮਿਕ ਨਹੀਂ ਬਣੇ। ਜਿਹੜੇ ਧਾਰਮਿਕ ਮੰਦਰ ਵੀ ਤਾਂ ਜਾਂਦੇ ਨੇ, ਮੰਦਰ ਧਾਰਮਿਕ ਹੈ, ਗੁਸਤਾਖੀ ਮਾਫ, ਪਰ ਆਪ ਧਾਰਮਿਕ ਨਹੀਂ ਹੋਏ। ਜਿਹੜੇ ਕਿ ਪੰਜ ਵਕਤ ਦੇ ਨਿਵਾਜੀ ਕਹਿੰਦੇ ਨੇ, ਧਾਰਮਿਕ ਅਸਥਾਨ ਤਾਂ ਧਾਰਮਿਕ ਹੈ ਪਰ ਆਪ ਧਰਮ ਆਇਆ। ਜਿਹੜੇ ਕਿ ਸਤਸੰਗਤ ਵਿੱਚ ਬੈਠਦੇ ਨੇ, ਸਤਸੰਗਤ ਤਾਂ ਧਾਰਮਿਕ ਹੈ ਪਰ ਅੰਦਰ ਸਤ ਨਹੀਂ ਆਇਆ, ਅੰਦਰ ਮੈਂ ਦਾ ਹੀ ਜਨਮ ਹੋਇਆ। ਮੇਰਾ ਇਤਨਾ ਨਿਤਨੇਮ, ਇਤਨਾ ਪ੍ਰੇਮ, ਇਤਨਾ ਦਾਨ ਪੁੰਨ, ਇਤਨੀ ਸੇਵਾ। ਤੇ ਇਹ ਬੰਦੇ ਦੀ ਹਾਲਤ ਐਸੀ ਜਿਵੇਂ ਕਿ ਪਾਣੀ ਨਾਲ ਸੜੀ ਹੋਈ ਖੇਤੀ, ਜੀਵਨ ਤਬਦੀਲ ਨਹੀਂ ਹੋਇਆ। ਫਿਰ ਬਾਬਾ ਫਰੀਦ ਜੀ ਅਗਲੇ ਬਚਨ ਕਰਦੇ ਨੇ ਬੜੇ ਪਿਆਰੇ, ਆਖਣ ਲੱਗੇ, ਜਾ ਕੁਆਰੀ ਤਾ ਚਾਓ, ਵਿਵਾਹੀ ਤਾ ਮਾਮਲੇ। ਜਦੋਂ ਜੀਵ ਇਸਤਰੀ ਕੁਆਰੀ ਹੁੰਦੀ ਹੈ, ਆਓ ਕਿ ਜਿਹੜੀ ਇਸ ਪਾਸੇ ਦੇਖਦੀ ਹੈ ਧਾਰਮਿਕ ਲੋਕਾਂ ਨੂੰ, ਲੋਕਾਂ ਨੇ ਧਾਰਮਿਕ ਲਿਬਾਸ ਪਾਏ ਨੇ, ਧਾਰਮਿਕ ਹਾਰ ਸ਼ਿੰਗਾਰ ਕੀਤਾ ਹੋਇਆ, ਤਾਂ ਕਈ ਵਾਰੀ ਆਮ ਮਨੁੱਖ ਕਹਿੰਦਾ ਹੈ ਕਿ ਸਾਨੂੰ ਵੀ ਧਾਰਮਿਕ ਹੋਣਾ ਚਾਹੀਦਾ। ਕਈ ਵਾਰੀ ਜਿਹੜੀ ਐਸੀ ਰੂਹ ਜਿਹਦਾ ਧਰਮ ਨਾਲ ਕੋਈ ਵਾਸਤਾ ਨਹੀਂ, ਤੇ ਉਸਦੇ ਮਨ ਵਿੱਚ ਇੱਕ ਤਾਂਘ ਪੈਦਾ ਹੁੰਦੀ ਹੈ ਕਿ ਮੈਂ ਵੀ ਧਾਰਮਿਕ ਬਣਾ। ਕਿਹਨਾਂ ਨੂੰ ਦੇਖ ਕੇ? ਜਿਨ੍ਹਾਂ ਦਾ ਧਾਰਮਿਕ ਲਿਬਾਸ ਹੈ, ਜਿਨ੍ਹਾਂ ਦਾ ਫਕੀਰੀ ਲਿਬਾਸ ਹੈ, ਜਿਹੜੇ ਦੇਖਣ ਨੂੰ ਖਾਲਸਾ ਲੱਗਦੇ ਨੇ। ਕਈਆਂ ਦੇ ਮਨ 'ਚ ਵੀ ਚਾਅ ਆਉਂਦਾ ਕਿ ਅਸੀਂ ਵੀ ਖਾਲਸਾ ਬਣੀਏ। ਅਜੇ ਕੁਆਰੇ ਦਾ ਅਰਥ ਹੈ ਕਿ ਅਜੇ ਉਸ ਰਸਤੇ ਤੇ ਤੁਰੇ ਨਹੀਂ, ਖਸਮ ਪ੍ਰਭੂ ਨਾਲ ਅਜੇ ਮਿਲਾਪ ਨਹੀਂ ਹੋਇਆ। ਪਰ ਖਸਮ ਦੇ ਨਾਲ ਮਿਲਾਪ ਦੀ ਇੱਕ ਤਾਂਘ ਪੈਦਾ ਹੋਈ, ਮੇਰਾ ਵੀ ਸਾਥੀ ਹੋਵੇ, ਮੇਰਾ ਵੀ ਖਸਮ ਹੋਵੇ, ਮੇਰਾ ਵੀ ਪਤੀ ਹੋਵੇ, ਮੈਂ ਵੀ ਰੱਬ ਵਾਲੀ ਹੋਵਾਂ। ਜਿਵੇਂ ਇੱਕ ਆਮ ਸੰਸਾਰੀ ਬੱਚੀ ਦੇ ਅੰਦਰ ਇੱਕ ਕਾਮਨਾ ਹੁੰਦੀ ਹੈ ਕਿ ਮੇਰਾ ਵੀ ਕੋਈ ਜੀਵਨ ਸਾਥੀ ਹੋਣਾ ਚਾਹੀਦਾ, ਮੇਰਾ ਵੀ ਹੋਣਾ ਚਾਹੀਦਾ, ਉਸ ਨੂੰ ਇਸ ਵਾਸਤੇ ਚਾਅ
ਚਾਅ ਪੈਦਾ ਹੁੰਦਾ ਉਸ ਦਿਨ ਦਾ ਕਿ ਕਦੋਂ ਉਹ ਵਾਰੀ ਆਵੇਗੀ ਵਿਆਹ ਦੀ ਮੇਰੀ। ਚਾਅ ਹੈ ਉਸ ਦਿਨ ਦਾ। ਜਾਂ ਕੁਆਰੀ ਤਾਂ ਚਾਓ, ਜਦੋਂ ਉਹ ਕੁਆਰੀ ਹੁੰਦੀ ਹੈ ਤਾਂ ਉਸ ਵੇਲੇ ਮਨ ਵਿੱਚ ਬੜਾ ਚਾਅ ਹੁੰਦਾ ਹੈ, ਬੜੀ ਖੁਸ਼ੀ ਹੁੰਦੀ ਹੈ ਕਿ ਮੇਰਾ ਵੀ, ਮੈਨੂੰ ਵੀ ਘਰ ਤੇ ਦਰ ਮਿਲੇਗਾ। ਦੇਖੋ ਨਾ, ਇੱਕ ਦੁਨਿਆਵੀ ਤੌਰ ਤੋਂ ਉਦਾਹਰਨ ਦੇਵੇ, ਇੱਕ ਬੱਚੀ ਜਦੋਂ ਵਿਆਹੁੰਦੀ ਹੈ ਨਾ, ਕੇਵਲ ਉਸਦਾ ਵਿਆਹ ਹੀ ਨਹੀਂ ਹੁੰਦਾ, ਉਸ ਕੁਆਰੀ ਦੇ ਮਨ ਵਿੱਚ ਇਹ ਚਾਅ ਹੁੰਦਾ ਹੈ ਕਿ ਵਿਆਹ ਤੋਂ ਬਾਅਦ ਮੈਂ ਘਰ ਵਾਲੀ ਹੋ ਜਾਵਾਂਗੀ, ਮੈਂ ਖਸ਼ਮ ਵਾਲੀ ਹੋ ਜਾਵਾਂਗੀ, ਮੇਰਾ ਆਪਣਾ ਘਰ ਹੋਵੇਗਾ, ਮੇਰਾ ਖਸ਼ਮ ਹੋਵੇਗਾ, ਮੇਰੇ ਆਪਣੇ ਬੱਚੇ ਹੋਣਗੇ। ਬਹੁਤ ਸਾਰੀਆਂ ਉਮੰਗਾਂ ਨੇ ਮਨ ਦੇ ਅੰਦਰ। ਇਸ ਕਰਕੇ ਉਸ ਸਾਥੀ ਦੇ ਵਾਸਤੇ ਚਾਅ ਹੈ ਮਨ ਦੇ ਵਿੱਚ, ਵਿਆਹ ਵਾਸਤੇ ਇੱਕ ਮਨ 'ਚ ਖੇੜਾ ਹੈ, ਉਮੰਗ ਹੈ। ਇਸ ਤਰ੍ਹਾਂ ਹੀ ਜਿਹੜਾ ਮਨੁੱਖ ਅਜੇ ਧਾਰਮਿਕ ਰਸਤੇ ਤੇ ਨਹੀਂ ਤੁਰਿਆ, ਤੇ ਜਦੋਂ ਉਹ ਧਾਰਮਿਕ ਰਸਤੇ ਤੇ ਤੁਰਨ ਵਾਸਤੇ ਉਸ ਦੇ ਅੰਦਰ ਤਾਂਘ ਪੈਦਾ ਹੁੰਦੀ ਹੈ, ਦਰਵੇਸ਼ਾਂ ਨੂੰ ਵੇਖ ਕੇ, ਫਕੀਰਾਂ ਨੂੰ ਵੇਖ ਕੇ, ਸਤਸੰਗੀਆਂ ਨੂੰ ਵੇਖ ਕੇ। ਔਰ ਤੁਸੀਂ ਵੇਖੋ, ਸਤਸੰਗਤ ਨੂੰ ਵੇਖ ਕੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵੀ ਉਹਨਾਂ ਨੂੰ ਦੇਖ ਕੇ ਸਤਸੰਗਤ ਕਰਨ ਲੱਗ ਪੈਂਦੇ ਨੇ। ਮੇਰਾ ਗੁਆਂਢੀ ਜਾਂਦਾ ਹੈ ਗੁਰਦੁਆਰੇ, ਮੈਂ ਵੀ ਜਾਇਆ ਕਰਾਂਗਾ। ਫਲਾਣਾ ਜਾਂਦਾ ਹੈ, ਮੇਰਾ ਮਿੱਤਰ, ਮੈਂ ਵੀ ਜਾਇਆ ਕਰਾਂਗਾ। ਪ੍ਰਭੂ ਨੂੰ ਮਿਲਣ ਦੀ ਤਾਂਘ, ਪਰਮਾਤਮਾ ਦੇ ਮਿਲਾਪ ਦੀ ਇੱਛਾ, ਉਹਨਾਂ ਸਤਸੰਗੀਆਂ ਨੂੰ ਵੇਖ ਕੇ ਅੰਦਰ ਇੱਕ ਚਾਅ ਪੈਦਾ ਹੋ ਗਿਆ, ਇਹ ਗੁਰੂ ਕੋਲ ਜਾਂਦੇ ਨੇ, ਮੈਂ ਵੀ ਜਾਵਾਂਗਾ। ਪਰ ਹੈਰਾਨੀ ਦੀ ਗੱਲ ਕਿ ਉਸ ਖਸਮ ਨੂੰ ਮਿਲਾਪ ਦਾ ਚਾਅ ਪੈਦਾ ਹੋਇਆ, ਪ੍ਰਭੂ ਨਾਲ ਮਿਲਣ ਦੀ ਇੱਕ ਤਾਂਘ ਪੈਦਾ ਹੋਈ, ਪਰ ਜਦੋਂ ਕਹਿੰਦੇ ਨੇ ਉਸ ਰਸਤੇ ਤੇ ਤੁਰੀ, ਧਾਰਮਿਕ ਲਿਬਾਸ ਧਾਰਨ ਕਰ ਲਿਆ, ਸਾਰੀਆਂ ਜਿਹੜੀਆਂ ਆਕੇ ਪੈ ਗਈਆਂ। ਕਿਉਂਕਿ ਵਿਆਹ ਤੋਂ ਬਾਅਦ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਆ ਜਾਂਦੀਆਂ ਨੇ। ਜਦੋਂ ਕਿ ਕੁਆਰੀ ਹੁੰਦੀ ਉਦੋਂ ਪਤਾ ਨਹੀਂ ਹੁੰਦਾ। ਇੱਕ ਬੱਚੀ ਨੂੰ ਜਦੋਂ ਕੁਆਰੀ ਹੈ ਉਸਨੂੰ ਪਤਾ ਨਹੀਂ ਹੁੰਦਾ ਕਿ ਜ਼ਿੰਮੇਵਾਰੀਆਂ ਕੀ ਨੇ, ਪਰ ਜਦੋਂ ਸਹੁਰੇ ਘਰ ਵਿੱਚ ਜਾਂਦੀ ਹੈ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ, ਉਸ ਨੂੰ ਫਿਰ ਪਤਾ ਲੱਗਦਾ ਵੀ ਇਹ ਤੇ ਜੋ ਚੱਕਰਾਂ 'ਚ ਪੈ ਗਈ। ਮੈਨੂੰ ਖਸਮ ਦੇ ਕੱਪੜੇ ਵੀ ਧੋਣੇ ਨੇ, ਸੱਸ ਸਹੁਰੇ ਦੀ ਆਗਿਆ ਵਿੱਚ ਰਹਿਣਾ, ਕਿਵੇਂ ਉਹਨਾਂ ਨਾਲ ਵਰਤਣਾ, ਕਿਵੇਂ ਰਹਿਣਾ, ਕਿਵੇਂ ਇਸ ਪਰਿਵਾਰ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ। ਪਰਿਵਾਰ ਦਾ ਮਾਹੌਲ ਕੀ ਹੈ, ਪਰਿਵਾਰ 'ਚ ਰਹਿਣਾ ਕਿਵੇਂ ਹੈ, ਪਰਿਵਾਰ ਦੇ ਕਾਰਜ ਕਿਵੇਂ ਸਿਰੇ ਚਾੜਨੇ ਨੇ, ਆਪਣੀ ਜ਼ਿੰਦਗੀ ਨੂੰ ਕਿਵੇਂ ਸੰਜਮ 'ਚ ਰੱਖਣਾ। ਇੱਕ ਕਾਰਨ ਨਹੀਂ, ਬਹੁਤ ਸਾਰੇ ਮਾਮਲੇ, ਬਹੁਤ ਸਾਰੇ ਕਜੀਏ ਜਿਹੜੇ ਨੇ ਵਿਆਹ ਤੋਂ ਬਾਅਦ ਆ ਕੇ ਬੰਦੇ ਨੂੰ ਪੈ ਜਾਂਦੇ ਨੇ। ਪਰ ਜਦੋਂ ਵਿਆਹ ਨਹੀਂ ਹੁੰਦਾ ਉਦੋਂ ਮਨ ਚਾਅ ਵੀ ਹੁੰਦਾ ਹੈ। ਇਸ ਤਰ੍ਹਾਂ ਹੀ ਧਾਰਮਿਕ ਦੂਜੇ ਨੂੰ ਵੇਖਦਾ, ਉਸਦੇ ਲਿਬਾਸ ਨੂੰ, ਸੁੰਦਰਤਾ ਨੂੰ, ਮਨ ਦੇ ਅੰਦਰ ਇੱਕ ਚਾਅ ਪੈਦਾ ਹੁੰਦਾ ਹੈ, ਮੇਰੇ ਕੋਲ ਵੀ ਇਹ ਪੀਰਾਂ ਵਾਲਾ ਲਿਬਾਸ ਹੋਵੇ, ਲੋਕ ਮੈਨੂੰ ਵੀ ਦਰਵੇਸ਼ ਕਹਿਣ, ਲੋਕ ਮੈਨੂੰ ਵੀ ਪੀਰ ਕਹਿਣ, ਮੈਨੂੰ ਵੀ ਸਤਸੰਗੀ ਕਹਿਣ, ਮੈਨੂੰ ਵੀ ਦੇਵਤਾ ਕਹਿਣ, ਮੈਨੂੰ ਵੀ ਗੁਰਮੁਖ ਕਹਿਣ। ਕਈ ਬੰਦਿਆਂ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ ਕਿ ਇਹ ਬੰਦਾ ਗੁਰਦੁਆਰੇ ਜਾਂਦਾ ਨੂੰ ਲੋਕ ਸਾਰੇ ਗੁਰਮੁਖ ਕਹਿੰਦੇ ਨੇ, ਤੇ ਮੈਂ ਵੀ ਗੁਰਦੁਆਰੇ ਜਾਣਾ ਸ਼ੁਰੂ ਕਰਦਾ, ਮੈਨੂੰ ਵੀ ਲੋਕ ਗੁਰਮੁਖ ਆਖਣਗੇ, ਗੁਰਮੁਖ ਕਹਿਣਗੇ। ਤੇ ਜਦੋਂ ਬੰਦਾ ਇਸ ਰਸਤੇ ਤੇ ਤੁਰਦਾ ਹੈ, ਤੇ ਜਦੋਂ ਵਿਆਹ ਵਾਸਤੇ, ਪਰਮਾਤਮਾ ਦੇ ਮਿਲਾਪ ਵਾਸਤੇ ਤੁਰਦਾ ਹੈ, ਵਿਵਾਹਿਤਾ ਮਾਮਲੇ, ਤਾਂ ਉਸ ਵੇਲੇ ਬਹੁਤ ਸਾਰੇ ਜੰਜਾਲ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ। ਕਿਉਂਕਿ ਦਰਵੇਸ਼ੀ ਦਾ ਮਾਰਗ ਕਬੂਲ ਕਰਨਾ, ਦਰਵੇਸ਼ੀ ਕਮਾਣੀ ਔਰ ਦਰਵੇਸ਼ੀ ਦੇਖਣੀ, ਦੋਨਾਂ 'ਚ ਫਰਕ ਹੈ। ਇੱਕ ਬੰਦਾ ਦੇਖਣ ਨੂੰ ਦਰਵੇਸ਼ ਲੱਗ ਰਿਹਾ, ਪਰ ਜਦੋਂ ਬੰਦਾ ਆਪ ਉਸ ਰਸਤੇ ਤੇ ਪਹੁੰਚਦਾ ਹੈ ਔਰ ਉਸ ਕੰਮ ਵਾਲੇ ਪਾਸੇ ਤੁਰਦਾ ਹੈ, ਤਾਂ ਪਿਆਰਿਓ ਸੱਚ ਜਾਣਨਾ, ਉਸ ਵੇਲੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਨਿਰੰਕਾਰ ਦੇ ਨਾਲ ਜੁੜਨਾ ਬੜਾ ਮੁਸ਼ਕਿਲ ਹੈ। ਇਸ ਕਰਕੇ ਬਹੁਤੇ ਲੋਕ ਕਹਿ ਦਿੰਦੇ ਨੇ ਕੀ ਕਰੀਏ, ਰੱਬ ਦੀ ਬੰਦਗੀ ਦਾ ਟਾਈਮ ਹੀ ਨਹੀਂ, ਘਰ ਦੇ ਜੰਜਾਲ ਹੀ ਬੜੇ ਨੇ ਜੀ, ਜ਼ਿੰਮੇਵਾਰੀਆਂ ਹੀ ਬਹੁਤ ਸਾਰੀਆਂ ਨੇ, ਕੀ ਕਰੀਏ ਅਸੀਂ। ਦੂਜੇ ਨੂੰ ਵੇਖ ਕੇ ਅਸੀਂ ਗੁਰਦੁਆਰੇ ਆਉਣਾ ਤਾਂ ਸ਼ੁਰੂ ਕੀਤਾ ਸੀ, ਪਾਠ ਕਰਨਾ ਤਾਂ ਸ਼ੁਰੂ ਕੀਤਾ ਸੀ, ਅਸੀਂ ਬੰਦਗੀ ਵਾਲੇ ਪਾਸੇ ਤਾਂ ਤੁਰੇ ਸਾਂ। ਨੇ ਔਰ ਜਦੋਂ ਦੂਜਿਆਂ ਨੂੰ ਵੇਖਿਆ, ਅੰਦਰ ਚਾਅ ਪੈਦਾ ਹੋਇਆ ਭਗਤੀ ਦਾ, ਇੱਕ ਉਮੰਗ ਪੈਦਾ ਹੋਈ, ਉਮਕਿਓ ਹਿਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਜਾਈ।
ਖੋਜਣ ਵਾਸਤੇ ਚੱਲ ਪਈ। ਪਰ ਉਸ ਦੇ ਵਿੱਚ ਪ੍ਰੋਬਲਮ ਕੀ ਹੈ? ਬਾਬਾ ਫਰੀਦ ਸਾਹਿਬ ਅੱਜ ਸਮਝਾ ਰਹੇ ਨੇ। ਆਖਣ ਲੱਗੇ ਜਦੋਂ ਲੜਕੀ ਕੁਆਰੀ ਹੁੰਦੀ ਹੈ ਤਦੋਂ ਉਸ ਨੂੰ ਵਿਆਹ ਦਾ ਚਾਅ ਹੁੰਦਾ ਹੈ, ਪਰ ਜਦੋਂ ਵਿਆਹੀ ਜਾਂਦੀ ਹੈ ਤਾਂ ਜੰਜਾਲ ਪੈ ਜਾਂਦੇ ਹਨ। ਇਸ ਤਰ੍ਹਾਂ ਹੀ ਜੇ ਸਤਸੰਗ ਵਿੱਚ ਰੋਜ਼ ਆ ਕੇ ਜੇ ਫਕੀਰ ਦੇ ਰਾਹ 'ਤੇ ਤੁਰਦਾ ਹੋਇਆ, ਜੇ ਆਪਣੇ ਵੱਲੋਂ ਧਾਰਮਿਕ ਜੀਵਨ ਬਤੀਤ ਕਰਦਾ ਹੋਇਆ, ਮਨ ਵਿੱਚ ਵਿਸ ਗੰਦਲਾਂ ਦੀ ਖਾਤਰ ਭਰਾਂਤ ਵਿੱਚ ਟਿਕਾ ਰਹੇ, ਤਾਂ ਸਾਰੇ ਧਾਰਮਿਕ ਉਦਮ ਬਾਹਰਮੁਖੀ ਹੋ ਜਾਂਦੇ ਹਨ, ਅੰਦਰਮੁਖੀ ਨਹੀਂ ਰਹਿੰਦੇ। ਧਾਰਮਿਕ ਲਿਬਾਸ ਤਾਂ ਧਾਰਨ ਕਰ ਲਿਆ, ਧਾਰਮਿਕ ਚਿੰਤਾ ਧਾਰਨ ਕਰ ਲਏ, ਪਰ ਅੰਦਰ ਧਰਮ ਨਹੀਂ ਆਇਆ। ਹੁਣ ਇਹ ਧਾਰਮਿਕ ਚਿੰਨ੍ਹ ਬੰਦਾ ਛੱਡਦਾ ਤਾਂ ਵੀ ਲੋਕ ਕਹਿੰਦੇ ਨੇ ਅੰਮ੍ਰਿਤ ਛਕ ਗਿਆ ਸੀ ਜੀ, ਅੰਮ੍ਰਿਤ ਛੱਡ ਗਿਆ। ਪ੍ਰੋਬਲਮ ਖੜੀ ਹੋ ਗਈ ਬਹੁਤ ਵੱਡੀ। ਅੰਮ੍ਰਿਤ ਵਾਲੇ ਕੰਮ ਕੋਈ ਨਹੀਂ ਕਰ ਰਿਹਾ, ਅੰਮ੍ਰਿਤ ਛਕਣ ਤੋਂ ਬਾਅਦ ਵੀ ਜੋ ਕਰਨੇ ਚਾਹੀਦੇ ਉਹ ਨਹੀਂ ਕਰ ਰਿਹਾ, ਪਰ ਜੇ ਛੱਡ ਜਾਂਦਾ ਤਾਂ ਵੀ ਲੋਕਾਂ ਨੇ ਕਹਿਣਾ ਇਹਨਾਂ ਨੇ ਤੇ ਅੰਮ੍ਰਿਤ ਛਕਿਆ ਸੀ, ਛੱਡ ਦਿੱਤਾ। ਹੁਣ ਦੋਨੇ ਪਾਸੇ ਫਸ ਗਿਆ ਬੰਦਾ। ਜੇ ਅੰਮ੍ਰਿਤ ਛੱਡਦਾ ਤਾਂ ਵੀ ਫਸਦਾ, ਤੇ ਅੰਮ੍ਰਿਤ ਰੱਖਿਆ ਹੋਇਆ ਤਾਂ ਵੀ ਦੁਖੀ ਹੈ। ਕਿਉਂਕਿ ਹੁਣ ਜੇ ਅੰਮ੍ਰਿਤ ਛਕਿਆ ਤੇ ਨਿਤਨੇਮ ਕਰਨਾ ਪਏਗਾ। ਬਹੁਤ ਸਾਰੇ ਤੇ ਮੈਨੂੰ ਪੂਰੀ ਥੋੜੀ ਨਿਤਨੇਮ ਕਰੀਏ, ਇਹ ਤਾਂ ਬਹੁਤ ਵੱਡੇ ਜੰਜਾਲ 'ਚ ਪੈ ਗਏ ਸੀ। ਨਿਤਨੇਮ ਰੋਜ਼ ਕਰਨਾ ਪੈਣਾ, ਪਾਠ ਰੋਜ਼ ਕਰਨਾ ਪੈਣਾ, ਗੁਰੂ ਘਰ ਇੱਕ ਵੇਲੇ ਤਾਂ ਮੱਥਾ ਟੇਕਣ ਜ਼ਰੂਰੀ ਆਉਣਾ ਪੈਣਾ ਕਿ ਇਸ ਤਰ੍ਹਾਂ ਹੈ, ਗੁਰੂ ਨੂੰ ਨਤਮਸਤਕ ਹੋਣਾ ਪੈਣਾ। ਅਸਲ ਵਿੱਚ ਅਸੀਂ ਧਰਮ ਨੂੰ ਸਮਝਿਆ ਨਹੀਂ। ਧਰਮ ਦੀ ਬਾਹਰ ਦੀ ਕਿਰਿਆ ਕੇਵਲ ਅਸੀਂ ਧਾਰਨ ਕਰ ਲੈਂਦੇ ਹਾਂ। 5 ਕਕਾਰ ਪਾ ਲਏ, 5 ਪਿਆਰਿਆਂ ਕੋਲ ਜਾ ਕੇ ਪੇਸ਼ ਹੋ ਗਏ, ਅਸੀਂ ਧਾਰਮਿਕ ਲਿਬਾਸ ਧਾਰਨ ਕਰ ਲਿਆ, ਪਰ ਖਸਮ ਦੇ ਨਾਲ ਮਿਲਾਪ ਨਹੀਂ ਹੋਇਆ। ਮਨੋ ਮਨ ਵਿਚਾਰਤਾ ਕਰ ਲਈ ਖਸਮ ਦੀ, ਪਰਮਾਤਮਾ ਦੀ, ਕਿ ਰੱਬ ਇੱਦਾਂ ਦਾ ਹੈ, ਰੱਬ ਇੱਕ ਓਂਕਾਰ ਹੈ, ਸਾਰਾ ਕੁਛ। ਪਰ ਖਿਆਲ ਕਰਨਾ, ਫਕੀਰੀ ਰਸਤੇ ਤੇ ਜਦੋਂ ਤੁਰਨਾ ਸ਼ੁਰੂ ਕੀਤਾ, ਜਦੋਂ ਫਕੀਰੀ ਰਸਤਾ ਨਹੀਂ ਅਪਣਾਇਆ ਸੀ, ਉਹ ਸੀ ਕੁਆਰਾਪਨ। ਹੁਣ ਕੁਆਰਾ ਡੋਲਾ ਨਹੀਂ ਰਿਹਾ, ਫਕੀਰੀ ਅਪਣਾ ਲਈ ਹੈ, ਧਾਰਮਿਕ ਲਿਬਾਸ ਧਾਰਨ ਕਰ ਲਿਆ। ਪਰ ਹੁਣ ਧਾਰਮਿਕ ਧਾਰਨ ਕੀ ਕੀਤਾ? ਬਹੁਤ ਸਾਰੀਆਂ ਚੀਜ਼ਾਂ ਛੱਡਣੀਆਂ ਪੈਣੀਆਂ, ਕਿਉਂਕਿ ਧਾਰਮਿਕ ਹੋਣਾ ਔਖਾ ਇਸ ਕਰਕੇ ਹੈ ਕਿਉਂਕਿ ਮਨੁੱਖ ਆਪਣੇ ਜੀਵਨ ਵਿੱਚੋਂ ਬੁਰਾਈਆਂ ਨਹੀਂ ਛੱਡਣਾ ਚਾਹੁੰਦਾ। ਔਰ ਧਰਮ ਕਹਿੰਦਾ ਹੈ ਕਿ ਮਾੜੇ ਕੰਮਾਂ ਨੂੰ ਛੱਡ, ਕਿ ਫਰੀਦਾ ਜਿੰਨੀ ਕਮੀ ਨਾਹੀਂ ਗੁਣ ਤੇ ਕਮੜੇ ਵਿਸਾਰ, ਵੀ ਜਿਨ੍ਹਾਂ ਕੰਮਾਂ ਵਿੱਚ ਕੋਈ ਲਾਭ ਨਹੀਂ ਉਹਨਾਂ ਕੰਮਾਂ ਨੂੰ। ਹੁਣ ਬੰਦੇ ਦੀ ਪ੍ਰੋਬਲਮ ਇਹ ਹੈ ਕਿ ਉਹਨਾਂ ਮਾੜੇ ਕੰਮਾਂ ਨੂੰ ਛੱਡਣਾ ਵੀ ਨਹੀਂ ਚਾਹੁੰਦਾ ਤੇ ਧਾਰਮਿਕ ਵੀ ਬਣਾ ਰਹਿਣਾ ਚਾਹੁੰਦਾ। ਬਸ ਇੱਥੇ ਹੀ ਸਾਰੀ ਗੜਬੜ ਹੈ, ਇੱਥੇ ਹੀ ਸਾਰੇ ਜੰਜਾਲ ਨੇ। ਬੰਦਾ ਮਾੜੇ ਕੰਮ ਵੀ ਕਰਦਾ ਰਹਿੰਦਾ ਹੈ ਔਰ ਚੰਗਾ ਵੀ ਬਣਾ ਰਹਿਣਾ ਚਾਹੁੰਦਾ ਹੈ। ਇਸ ਕਰਕੇ ਨਾ ਉਹ ਧਾਰਮਿਕ ਰਹਿੰਦਾ, ਨਾ ਉਹ ਸੰਸਾਰੀ ਰਹਿੰਦਾ। ਕੰਮ ਸਾਰੇ ਬਾਹਰਮੁਖੀ ਨੇ, ਦੇ ਨਾਲ ਉਹਦਾ ਮਨ ਜੁੜਿਆ ਹੋਇਆ। ਸਰੀਰ ਕਰਕੇ ਧਾਰਮਿਕ ਲਿਬਾਸ ਹੈ, ਦਰਵੇਸ਼ਾਂ ਵਾਲਾ ਲਿਬਾਸ ਹੈ। ਕਾਲੇ ਮੰਡੇ ਕੱਪੜੇ ਪਾਏ ਨੇ, ਲੋਕ ਦਰਵੇਸ਼ ਕਰਕੇ ਬੁਲਾਉਂਦੇ ਨੇ, ਲੋਕ ਭਗਤ ਕਹਿੰਦੇ ਨੇ, ਗੁਰਮੁਖ ਕਹਿੰਦੇ ਨੇ, ਗੁਰਸਿੱਖ ਕਹਿੰਦੇ ਨੇ, ਖਾਲਸਾ ਜੀ ਕਹਿੰਦੇ ਨੇ। ਗੁਸਤਾਖੀ ਮਾਫ। ਅੱਜ ਸਾਡੇ ਵਰਗੇ ਕਿਤਨੇ ਜਿਹੜੇ ਆਪਣੇ ਆਪ ਨੂੰ ਖਾਲਸਾ ਜੀ ਅਖਵਾਉਂਦੇ ਨੇ, ਤੇ ਜੇ ਉਹਨਾਂ ਦੇ ਖਾਲਸਾ ਤੇ ਖਾਲਸਾ ਉਹਨਾਂ ਦੇ ਜੀਵਨ ਵਿੱਚ ਕੋਈ ਅਜੇ ਤਾਂ ਸਿੱਖੀ ਦੀ ਅਰਮਤਾ ਵੀ ਨਹੀਂ ਹੈ। ਇਹ ਤਾਂ ਉਹ ਸਿੱਖ ਵੀ ਨਹੀਂ ਬਣੇ, ਖਾਲਸਾ ਤਾਂ ਬਹੁਤ ਦੂਰ ਦੀ ਗੱਲ ਹੈ। ਖਾਲਸਾ ਤਾਂ ਉਹ ਹੈ ਜਿਹੜਾ ਬਿਲਕੁਲ ਪਵਿੱਤਰ ਹੋ ਗਿਆ, ਪਿਓਰ ਹੋ ਗਿਆ। ਸਿੱਖ ਦਾ ਅਰਥ ਹੈ ਜਿਹੜੇ ਨੇ ਸਿੱਖਣਾ ਸ਼ੁਰੂ ਕੀਤਾ ਪਿਓਰ ਹੋਣ ਵਾਸਤੇ। ਪਹਿਲਾ ਕਦਮ ਜਿਹੜਾ ਸਚਿਆਰ ਹੋਣ ਵਾਸਤੇ ਤੁਰਿਆ। ਸਚਿਆਰ ਤੇ ਕੀ ਹੋਣਾ ਸੀ? ਅਜੇ ਸਚਿਆਰ ਹੋਣ ਵਾਸਤੇ ਤੁਰਿਆ ਨਹੀਂ ਤੇ ਅਖਵਾਂਦਾ ਆਪਣੇ ਆਪ ਨੂੰ ਸਚਿਆਰ ਹੈ, ਅਖਵਾਂਦਾ ਆਪਣੇ ਆਪ ਖਾਲਸਾ ਹੈ। ਅੱਜ ਬਹੁਤੇ ਲੋਕ ਜਿਨ੍ਹਾਂ ਨੇ ਆਪਣੇ ਨਾਮ ਕੀਤੇ ਨੇ, ਫਲਾਣੇ ਖਾਲਸਾ ਜੀ, ਪਤਾ ਚੱਲਦਾ ਹੈ ਖਾਲਸਾ ਕੋਈ ਨਹੀਂ, ਇਹ ਤਾਂ ਜੋ ਪੈਰਾਂ ਦੇ ਵਿੱਚ ਕਾਲਾ ਧਾਗਾ ਵੀ ਬੰਨਦਾ ਹੈ। ਖਾਲਸਾ ਕੋਈ ਨਹੀਂ, ਇਹ ਤੇ ਵਰਤ ਵੀ ਰੱਖਦਾ, ਇਸਦੀ ਘਰਵਾਲੀ ਤਾਂ ਕਰਵਾ ਚੌਥ ਵੀ ਰੱਖਦੀ ਹੈ। ਨਾਮ ਰਖਵਾਇਆ ਖਾਲਸਾ ਜੀ, ਵੀ ਖਾਲਸਾ ਜੀ ਨੇ। ਪਤਾ ਲੱਗਿਆ ਵੀ ਖਾਲਸੇ ਵਾਲਾ ਤਾਂ ਕੋਈ ਵੀ ਗੁਣ। ਖਾਲਸੇ ਨੂੰ ਤੇ ਕਿਹਾ ਸੀ ਮਹਾਰਾਜ ਨੇ ਦੁਬਦਾ ਨਾ ਪੜੋ ਬਿਨ ਹੋਰ ਨਾ, ਲਿਖਵਾਇਆ ਖਾਲਸਾ ਹੈ, ਪਰ ਮੱਥੇ ਤੇ ਵੱਡਾ ਤਿਲਕ ਵੀ ਲਾਉਂਦਾ। ਬੜੇ ਦੇਖੇ ਨੇ ਐਸੇ ਤਿਲਕਧਾਰੀ, ਨਾਮ ਦੇ ਅੱਗੇ ਖਾਲਸਾ ਲਗਵਾਇਆ।
ਹੱਥ ਦੇ ਵਿੱਚ ਮੋਲੀ ਵੀ ਬੰਨੀ ਹੋਈ ਹੈ, ਅਖਵਾਂਦਾ ਖਾਲਸਾ ਹੈ। ਹੁਣ ਪ੍ਰੋਬਲਮ ਕੀ ਹੈ ਇੱਥੇ? ਬਾਬਾ ਫਰੀਦ ਜਿਹੜੀ ਗੱਲ ਆਖਣਾ ਚਾਹੁੰਦੇ ਨੇ ਕਿ ਜਦੋਂ ਕੁਆਰੀ ਸੀ ਉਦੋਂ ਅੰਦਰ ਚਾਅ ਸੀ, ਜਦੋਂ ਸੰਤ ਨਹੀਂ ਸੀ ਬਣਿਆ ਚਾਅ ਸੀ ਸੰਤ ਬਣ ਜਾਵਾਂ, ਜਦੋਂ ਅਜੇ ਖਾਲਸਾ ਨਹੀਂ ਸੀ ਬਣਿਆ ਤੇ ਖਾਲਸਾ ਭੇਖ ਧਾਰਨ ਕਰਨ ਦੀ ਮਨ ਵਿੱਚ ਉਮੰਗ ਸੀ। ਖਾਲਸਾ ਨੂੰ ਵੇਖ ਕੇ ਬੜਾ ਸੁੰਦਰ ਲੱਗਦੇ ਨੇ, ਬੜੇ ਸੁੰਦਰ ਲੀੜੇ ਪਾਏ ਨੇ, ਨੀਲੇ ਵਸਤਰ, ਕਿਰਪਾਨ ਸਜੀ ਹੋਈ ਹੈ, ਬੜਾ ਸੁੰਦਰ ਜਿਹੜਾ ਹੈ ਉਹ ਦਸਤਾਰਾ ਸਜਾਇਆ, ਧਾਰਮਿਕ ਲਿਬਾਸ ਧਾਰਨ ਕਰ ਲਿਆ। ਪਰ ਅਜਿਹਾ ਧਾਰਮਿਕ ਕਿ ਉਹ ਪਹਿਲਾਂ ਧਾਰਮਿਕ ਚਾਓ ਮਾਰਿਆ ਹੀ ਜਾਂਦਾ ਹੈ। ਇੱਕ ਚਾਹ ਹੁੰਦਾ ਨਾ ਮੈਂ ਧਾਰਮਿਕ ਬਣਾ, ਮੇਰੇ ਅੰਦਰ ਵੀ ਧਰਮ ਹੋਵੇ, ਇੱਕ ਚਾਹ ਹੁੰਦਾ ਹੈ। ਜਿਹੜਾ ਬੰਦਾ ਧਰਮ ਤੋਂ ਦੂਰ ਹੁੰਦਾ ਹੈ ਉਸ ਦੇ ਅੰਦਰ ਧਰਮ ਦੀ ਬੜੀ ਸ਼ਰਧਾ ਭਾਵਨਾ ਹੁੰਦੀ ਹੈ, ਨੇਕ ਦਿਲੀ ਹੁੰਦੀ ਹੈ, ਧਰਮ ਦੀ ਰਿਸਪੈਕਟ ਬੜੀ ਹੁੰਦੀ। ਮੈਂ ਬਹੁਤ ਸਾਰੇ ਦੇਖੇ ਨੇ ਧਰਮ ਨਾਲ ਨਹੀਂ ਸੀ ਜੁੜੇ, ਧਰਮ ਦੀ ਬੜੀ ਇੱਜ਼ਤ ਕਰਦੇ ਸਨ, ਧਾਰਮਿਕ ਲੋਕਾਂ ਦੀ ਬੜੀ ਇੱਜ਼ਤ ਕਰਦੇ ਸਨ। ਪਰ ਜਦੋਂ ਆਪ ਧਾਰਮਿਕ ਦੁਨੀਆ 'ਚ ਗਏ, ਧਾਰਮਿਕ ਲੋਕਾਂ ਦੀ ਵੀ ਇੱਜ਼ਤ ਚਲੀ ਗਈ ਤੇ ਧਾਰਮਿਕ ਕਰਮ ਵੀ ਜੀਵਨ ਵਿੱਚੋਂ ਜੋ ਸ਼ਰਧਾ ਭਾਵਨਾ ਸੀ ਗੁਰੂ ਦੀ, ਪਰਮਾਤਮਾ ਦੀ, ਭਗਤਾਂ ਦੀ, ਉਹ ਵੀ ਜੀਵਨ ਵਿੱਚੋਂ ਖਤਮ ਹੋ ਗਈ। ਕਿਉਂਕਿ ਇਹ ਵੱਡਾ ਨੁਕਸਾਨ ਹੋਇਆ। ਉਹ ਪਹਿਲਾਂ ਧਾਰਮਿਕ ਚਾਓ ਮਾਰਿਆ ਜਾਂਦਾ ਤੇ ਉਸ ਦਾ ਮੁੜ ਪਲਟਣਾ ਔਖਾ ਹੋ ਜਾਂਦਾ ਹੈ। ਇਸ ਕਰਕੇ ਬਾਬਾ ਫਰੀਦ ਜੀ ਨੇ ਜਿਹੜੇ ਬਚਨ ਸਾਡੇ ਸਾਹਮਣੇ ਸਮਕਸ਼ ਭੇਟ ਕੀਤੇ ਨੇ, ਆਖਣ ਲੱਗੇ ਜਾ ਕੁਆਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ, ਫਰੀਦ ਦਾ ਇਹੋ ਪਛਤਾਓ। ਹੇ ਫਰੀਦ, ਇਹ ਪਛਤਾਵਾ ਰਹਿੰਦਾ ਹੈ ਕਿ ਮੈਂ ਸੁਹਾਗਣਾ ਵਾਲਾ ਭੇਗ ਧਾਰਨ ਕਰ ਲਿਆ, ਮੈਂ ਜੀਵਨ ਦੇ ਅੰਦਰ ਫਕੀਰੀ ਲਿਬਾਸ ਵੀ ਧਾਰਨ ਕਰ ਲਿਆ। ਜਿਵੇਂ ਕੋਈ ਸੁਹਾਗਣ ਨਾ ਜੂੜਾ ਪਾ ਲਵੇ, ਸੁਹਾਗਣ ਵਾਲਾ ਜੋ ਪੋਸ਼ਾਕ ਪਾ ਲਵੇ, ਔਰ ਸੱਚ ਜਾਣਨਾ ਖਸ਼ਮ ਦਾ ਨਿਗ ਪ੍ਰਾਪਤ ਨਾ ਹੋ ਸਕੇ, ਪਤੀ ਦੇ ਨਾਲ ਇੱਕ ਮਿਕ ਹੋ ਨਾ ਸਕੇ, ਪਤੀ ਨਾਲ ਬਣੇ ਨਾ, ਤੇ ਪਛਤਾਵਾ ਇਹ ਰਹਿੰਦਾ ਕਿ ਪਤੀ ਦੀ ਵੀ ਨਹੀਂ ਬਣੀ ਤੇ ਹੁਣ ਕੁਆਰੀ ਵੀ ਨਹੀਂ ਰਹੀ। ਹੁਣ ਲੋਕ ਕਹਿਣਗੇ ਵੀ ਇਸ ਦਾ ਵਿਆਹ ਹੋਇਆ ਸੀ, ਇਸ ਨੇ ਜੂੜਾ ਪਾਇਆ ਸੀ, ਇਸ ਨੇ ਲਿਬਾਸ ਪਾਇਆ ਸੀ, ਸੁਹਾਗਣਾ ਵਾਲੇ ਕੱਪੜੇ ਪਾਏ ਸਨ। ਹੁਣ ਪ੍ਰੋਬਲਮ ਕਿੱਥੇ? ਬਾਬਾ ਫਰੀਦ ਕਹਿੰਦੇ ਫਰੀਦ ਦਾ ਇਹੋ ਪਛਤਾਓ। ਇਹ ਵੱਡਾ ਪਛਤਾਵਾ ਆ ਗਿਆ ਕਿ ਮੈਂ ਰੱਬ ਦੇ ਰੂਪ ਨਹੀਂ ਹੋ ਪਾਈ। ਧਾਰਮਿਕ ਲਿਬਾਸ ਤਾਂ ਧਾਰਨ ਕਰ ਲਿਆ ਪਰ ਧਰਮ ਜੀਵਨ ਵਿੱਚ ਨਹੀਂ ਆਇਆ, ਧਰਮ ਜੀਵਨ ਵਿੱਚ ਪ੍ਰਵੇਸ਼ ਨਹੀਂ ਹੋਇਆ ਤੇ ਵਤ ਕੁਆਰੀ ਨਾ ਥੀ ਹੈ। ਵਤ ਦਾ ਅਰਥ ਹੈ ਮੁੜ ਕੇ, ਫਿਰ ਉਹ ਕੁਆਰੀ ਨਹੀਂ ਹੋ ਸਕਦੀ। ਮੁੜ ਕੇ ਜਿਸ ਤਰ੍ਹਾਂ ਪਹਿਲੇ ਉਸ ਦੇ ਅੰਦਰ ਸ਼ਰਧਾ ਭਾਵਨਾ ਸੀ, ਧਰਮ ਦੇ ਪ੍ਰਤੀ ਚਾਅ ਸੀ, ਉਹ ਚਾਅ ਪੈਦਾ ਨਹੀਂ ਹੋ ਸਕਦਾ, ਮੁੜ ਕੇ ਕੁਆਰੀ ਨਹੀਂ ਹੋ ਸਕਦੀ ਜਦੋਂ ਇੱਕ ਵਾਰੀ ਵਿਆਹ ਹੋ ਗਿਆ। ਇਸ ਕਰਕੇ ਬਾਬਾ ਫਰੀਦ ਜੀ ਇੱਥੇ ਸਮਝਾਉਣਾ ਚਾਹੁੰਦੇ ਨੇ, ਇਹ ਫਰੀਦ ਉਸ ਵੇਲੇ ਇਹੀ ਪਛਤਾਵਾ ਹੁੰਦਾ ਹੈ ਕਿ ਉਹ ਮੁੜ ਕੁਆਰੀ ਨਹੀਂ ਹੋ ਸਕਦੀ। ਪਾਓ ਉਹ ਪਹਿਲਾਂ ਚਾਅ ਉਸ ਦੇ ਮਨ ਵਿੱਚ ਪੈਦਾ ਨਹੀਂ ਹੋ ਸਕਦਾ ਜਿਹੜਾ ਚਾਅ ਸੀ ਭਗਤੀ ਦਾ, ਬੰਦਗੀ ਦਾ। ਹੁਣ ਦੇਖੋ ਨਾ, ਪਰਮਾਤਮਾ ਦੇ ਰਸਤੇ ਤੋਂ ਤੁਰਨਾ ਅੱਗੇ ਬੜਾ ਔਖਾ ਹੈ। ਉਹਨੂੰ ਸਮਝ ਆ ਗਈ ਵੀ ਇਤਨਾ ਸੌਖਾ ਧਾਰਨ ਕਰਨਾ, ਖਸਮ ਦੇ ਮੁਤਾਬਿਕ ਚੱਲਣਾ ਇਤਨਾ ਸੌਖਾ ਨਹੀਂ ਹੈ। ਹੁਣ ਜੇ ਉਹ ਅੱਗੇ ਤਾਂ ਜਾ ਨਹੀਂ ਪਾਉਂਦੀ ਪਰ ਉਹ ਪਿੱਛੇ ਵੀ ਨਹੀਂ ਹਟਦੀ, ਉਹ ਵਿਚਕਾਰ ਖੜੀ ਹੋਈ ਹੈ। ਉਹ ਬੰਦਾ ਨਾ ਤਾਂ ਅੱਗੇ ਪਰਮਾਤਮਾ ਦੇ ਨੇੜੇ ਹੋਣ ਵਾਸਤੇ ਯਤਨ ਕਰਦਾ ਹੈ, ਨਾ ਉਹ ਪਿੱਛੇ ਜਾਂਦਾ, ਕਿਉਂਕਿ ਮੁੜ ਕੇ ਜੋ ਅੰਦਰ ਚਾਓ ਸ਼ਰਧਾ ਭਾਵਨਾ ਸੀ ਉਹ ਪੈਦਾ ਨਹੀਂ ਹੁੰਦੀ। ਮੁੜ ਕੇ ਉਹ ਕੁਆਰੀ ਵਾਲਾ ਚਾਓ ਪੈਦਾ ਨਹੀਂ ਹੋ ਸਕਦਾ। ਇਸ ਕਰਕੇ ਕਈ ਵਾਰੀ ਤੁਸੀਂ ਵੇਖੋ ਜਿਹੜੇ ਧਾਰਮਿਕ ਲੋਕ ਨੇ ਉਹ ਖੁਦਾ ਤੱਕ ਵੀ ਨਹੀਂ ਪਹੁੰਚ ਸਕਦੇ, ਪਰ ਹੁਣ ਸੰਸਾਰ ਦੇ ਵਿੱਚ ਵੀ ਨਹੀਂ ਜਾਂਦੇ ਹੋ। ਔਰ ਮੈਂ ਇੱਕ ਹੋਰ ਬੇਨਤੀ ਕਰਾਂ, ਜੇ ਅੱਜ ਸੰਸਾਰ ਦੇ ਉਹਨਾਂ ਫਕੀਰਾਂ ਨੂੰ, ਉਹਨਾਂ ਸੰਤਾਂ ਨੂੰ, ਸਾਧਾਂ ਨੂੰ ਮੁੜਨ ਦਾ ਅਸੀਂ ਮੌਕਾ ਦੇ ਦਈਏ ਤੇ ਤਕਰੀਬਨ ਸੰਤ ਸਾਧ ਅਖਵਾਉਣ ਵਾਲੇ ਸਾਰੇ ਸੰਸਾਰ ਦੇ ਵਿੱਚ ਵਾਪਸ ਮੁੜ ਆਉਣਗੇ। ਔਰ ਸਾਡੇ ਦੇਸ਼ ਵਿੱਚ ਖਾਸ ਕਰਕੇ ਇੱਕ ਵਾਰੀ ਕਹਿ ਦਿੱਤਾ ਜਾਂਦਾ, ਜੇ ਤੂੰ ਸੰਤ ਬਣ ਗਿਆ ਤੇ ਹੁਣ ਗ੍ਰਸਤੀ ਨਹੀਂ ਬਣ ਸਕਦਾ। ਇਸ ਕਰਕੇ ਉਹਨਾਂ ਨੂੰ ਮੁੜਨ ਦਾ ਕੋਈ ਮੌਕਾ ਨਹੀਂ, ਪਰ ਉਹਨਾਂ ਦੇ ਅੰਦਰ ਭਾਵਨਾਵਾਂ ਉਹ ਸਾਰੀਆਂ ਨੇ। ਇਹਨੂੰ ਹੋਰ ਥੋੜਾ ਕਲੀਅਰ ਕਰਾਂ, ਕਬੀਰ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕੀਤੇ, ਗ੍ਰਹਿ ਤਜ ਬਨ ਖੰਡ ਜਾਈਏ ਚੁਨ ਖਾਈਏ ਕੰਦਾ, ਅਜਹੂ ਵਿਕਾਰ ਨਾ ਛੋੜੀ ਪਾਪੀ ਮਨ ਮੰਦਾ।
ਘਰ-ਬਾਰ ਛੱਡ ਦਿੱਤਾ, ਪਰਿਵਾਰ ਛੱਡ ਦਿੱਤਾ, ਚੁੰਨ ਖਾਈਏ ਕੰਦਾ ਕੰਦਮੂਲ ਖਾ ਕੇ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ। ਇਤਨਾ ਸਾਰਾ ਕੁਝ ਕੀਤਾ ਧਰਮ ਦੇ ਨਾਂ ਦੇ ਉੱਤੇ, ਤੇ ਅਜਹੋਂ ਵਿਕਾਰ ਨਾ ਛੋੜੇ। ਅਜੇ ਵੀ ਮਨ ਵਿਕਾਰ ਨਹੀਂ ਛੱਡ ਰਿਹਾ। ਪਾਪੀ ਮਨ ਮੰਦਾ, ਇਹ ਪਾਪੀ ਮਨ, ਮੰਦਾ ਮਨ ਅਜੇ ਵੀ ਵਿਕਾਰਾਂ ਵਾਲੇ ਪਾਸੋਂ ਹਟਿਆ ਨਹੀਂ। ਔਰ ਬੜੇ ਪਿਆਰੇ ਬਚਨ ਨੇ ਮਹਾਰਾਜ ਕਹਿੰਦੇ, ਕਿਉਂ ਛੂਟੋਂ ਕੈਸੇ ਤਰੋਂ ਭਵਜਲ ਨਿਵਾਰੀ। ਕਿਵੇਂ ਛੁਟਕਾਰਾ ਹੋਵੇ, ਕਿਵੇਂ ਮੈਂ ਭਵ ਸਾਗਰ ਨੂੰ ਪਾਰ ਹੋਵਾਂ। ਕਿਉਂ ਛੂਟੋਂ ਕੈਸੇ ਤਰੋਂ ਭਵਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ। ਔਰ ਇੱਥੇ ਤੱਕ ਕਹਿ ਦਿੱਤਾ ਕਿ ਵਿਖੇ ਵਿਖੇ ਕੀ ਵਾਸਨਾ ਤਜੀ ਨਾ ਜਾਏ। ਬਸ ਉਹ ਵਾਸਨਾ ਜਿਹੜੀ ਉਹ ਛੱਡੀ ਨਹੀਂ ਜਾਂਦੀ। ਰੱਬੀ ਲਿਬਾਸ ਪਾਉਣ ਤੋਂ ਬਾਅਦ ਵੀ, ਧਾਰਮਿਕ ਹੋਣ ਤੋਂ ਬਾਅਦ ਵੀ, ਸਤਸੰਗੀ ਹੋਣ ਤੋਂ ਬਾਅਦ ਵੀ ਮਨ ਉਹੀ ਅਹੰਕਾਰ ਦੇ ਵਿੱਚ ਫਸਿਆ ਹੋਇਆ ਹੈ, ਮੇਰ ਤੇਰ ਵਿਕਾਰਾਂ ਵਿੱਚ ਫਸਿਆ ਹੋਇਆ ਹੈ। ਇਸ ਕਰਕੇ ਪਛਤਾਵਾ ਇਹੀ ਹੈ ਕਿ ਧਾਰਮਿਕ ਵਸਤਰ ਪਾਉਣ ਤੋਂ ਬਾਅਦ, ਲਿਬਾਸ ਪਾਉਣ ਤੋਂ ਬਾਅਦ ਮੈਂ ਧਾਰਮਿਕ ਨਹੀਂ ਹੋ ਸਕਿਆ। ਬਾਬਾ ਫਰੀਦ ਜੀ ਕਹਿੰਦੇ ਨੇ ਇਹ ਪਛਤਾਵਾ ਹੈ। ਔਰ ਮੁੜ ਕੇ ਹੁਣ ਮਨ ਵਿੱਚ ਉਹ ਚਾਓ ਪਹਿਲੇ ਵਾਲਾ ਜਿਹੜਾ ਸੀ, ਜੋ ਕੁਆਰੀ ਦੇ ਅੰਦਰ ਚਾਓ ਸੀ, ਉਹ ਪੈਦਾ ਨਹੀਂ ਹੋ ਸਕਦਾ। ਮੁੜ ਕੇ ਧਰਮ ਦੀ ਉਹ ਤਾਂਘ ਪੈਦਾ ਨਹੀਂ ਹੋ ਸਕਦੀ, ਧਰਮ ਦੇ ਪ੍ਰਤੀ ਉਹ ਸ਼ਰਧਾ ਨਹੀਂ ਪੈਦਾ ਹੋ ਸਕਦੀ, ਉਹ ਭਾਵਨਾ ਨਹੀਂ ਪੈਦਾ ਹੋ ਸਕਦੀ। ਔਰ ਮੈਂ ਬਹੁਤੇ ਲੋਕ ਵੇਖੇ ਨੇ ਜਿਹੜੇ ਕਿ ਧਰਮ ਦੇ ਨੇੜੇ ਹੋਏ ਨੇ, ਔਰ ਜਿਨ੍ਹਾਂ ਨੇ ਧਾਰਮਿਕ ਚੀਜ਼ਾਂ ਨੂੰ ਧਾਰਨ ਕੀਤਾ ਹੈ। ਅੱਜ ਤੁਸੀਂ ਵੇਖੋ ਵੱਡੇ ਵੱਡੇ ਬਾਬੇ ਜੇਲਾਂ ਵਿੱਚ ਬੰਦ ਨੇ, ਕਿਉਂਕਿ ਲਿਬਾਸ ਧਾਰਮਿਕ ਹੋ ਗਿਆ, ਬਾਹਰ ਦੀ ਕਿਰਿਆ ਧਾਰਮਿਕ ਹੋ ਗਈ, ਅੰਦਰ ਉਤਨੇ ਹੀ ਅਧਾਰਮਿਕ ਹੁੰਦੇ ਚਲੇ ਗਏ। ਕਿਉਂਕਿ ਅੰਦਰ ਗੁਨਾਹ ਨਾਲ ਭਰਿਆ ਸੀ ਤੇ ਲੋਕਾਂ ਨੂੰ ਦਰਸਾਇਆ ਕਿ ਸਾਡੇ ਵਰਗਾ ਸੰਤ ਕੋਈ ਨਹੀਂ। ਜਿਹੜਾ ਮਨੁੱਖ ਦੂਜੇ ਨੂੰ ਸੰਤ ਦੇਖੇ, ਆਪਣੇ ਨੂੰ ਅਸੰਤ ਵੇਖੇ, ਉਹ ਅੱਗੇ ਜਾ ਸਕਦਾ ਹੈ, ਉਹ ਪਰਮਾਤਮਾ ਦੇ ਨੇੜੇ ਹੋ ਸਕਦਾ। ਇਹ ਬਾਬਾ ਫਰੀਦ ਜੀ ਇੱਥੇ ਸਮਝਾਉਣਾ ਚਾਹੁੰਦੇ ਨੇ ਔਰ ਸਾਨੂੰ ਪ੍ਰੇਰਨਾ ਕਰ ਰਹੇ ਨੇ ਕਿ ਸਤਸੰਗਤ ਵਿੱਚ ਰੋਜ਼ ਆ ਕੇ ਜੇ ਫਕੀਰੀ ਦੇ ਰਾਹ ਤੇ ਤੁਰਦੇ ਹੋਏ, ਜੇ ਆਪਣੇ ਵੱਲੋਂ ਧਾਰਮਿਕ ਜੀਵਨ ਬਤੀਤ ਕਰਦੇ ਹੋਏ ਵੀ ਮਨ ਵਿੱਚ ਵਿਸਗੰਦਲਾਂ ਦੀ ਖਾਤਰ ਅਸੀਂ ਭਟਕਦੇ ਹਾਂ, ਵਿਸਗੰਦਲਾਂ ਦੇ ਵਿੱਚ ਕੇ ਰਹੇ, ਤਾਂ ਸਾਰੇ ਧਾਰਮਿਕ ਉਦਮ ਬਾਹਰਮੁਖੀ ਹੋ ਜਾਣਗੇ, ਔਰ ਧਰਮ ਦੀ ਤੇ ਸੱਚ ਦੀ ਪ੍ਰਾਪਤੀ ਨਹੀਂ ਹੋਏਗੀ। ਇਸ ਕਰਕੇ ਜੋ ਕੁਝ ਅਸੀਂ ਪਾਉਂਦੇ ਹਾਂ, ਜੋ ਅਸੀਂ ਲੋਕਾਂ ਨੂੰ ਦਿਖਾਉਂਦੇ ਹਾਂ, ਬਾਬਾ ਫਰੀਦ ਕਹਿੰਦੇ ਉਹ ਅੰਦਰੋਂ ਹੋਈਏ। ਔਰ ਉਹ ਤਾਂ ਹੋਇਆ ਜਾ ਸਕਦਾ ਹੈ ਜਿਸ ਦਿਨ ਅਸੀਂ ਆਪਣੇ ਗੁਨਾਹ ਕਬੂਲ ਕਰ ਲਵਾਂਗੇ। ਜਿਸ ਦਿਨ ਇਹ ਗੱਲ ਕਬੂਲ ਕਰ ਲਵਾਂਗੇ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਮੈਂ ਗੁਨਾਹ ਨਾਲ ਭਰਿਆ ਹੋਇਆ, ਔਗਣਾ ਨਾਲ ਭਰਿਆ ਹੋਇਆ, ਬੁਰਾਈਆਂ ਨਾਲ ਭਰਿਆ ਹੋਇਆ। ਲੋਕ ਮੈਨੂੰ ਦਰਵੇਸ਼ ਕਹਿੰਦੇ ਨੇ, ਧਾਰਮਿਕ ਕਹਿੰਦੇ ਨੇ, ਸੰਤ ਕਹਿੰਦੇ ਨੇ। ਲੋਕ ਮੇਰਾ ਬੜਾ ਸਤਿਕਾਰ ਕਰਦੇ ਨੇ ਵੀ ਬੜਾ ਚੰਗਾ ਬੁਲਾਰਾ ਹੈ, ਬੜਾ ਚੰਗਾ ਬੋਲਦਾ ਹੈ, ਬੜਾ ਧਾਰਮਿਕ ਹੈ, ਬੜਾ ਮਿੱਠਾ ਬੋਲਦਾ ਹੈ, ਬੜਾ ਚੰਗਾ ਹੈ। ਮੁਖ ਤੋਂ ਭਾਵੇਂ ਮਿਠਾਸ ਹੈ ਪਰ ਅੰਦਰ ਕੁੜੱਤਣ ਹੈ। ਐਸਾ ਨਾ ਹੋਵੇ ਕਿ ਮਨ ਵਿੱਚ ਕੁਝ ਹੋਰ ਤੇ ਮੁਖ ਵਿੱਚ ਕੁਝ ਹੋਰ ਹੋਵੇ। ਜੇ ਐਸਾ ਹੈ ਤਾਂ ਬਾਬਾ ਫਰੀਦ ਜੀ ਕਹਿੰਦੇ ਫਿਰ ਤੂੰ ਅਜੇ ਉਸ ਰਸਤੇ ਤੇ ਤੁਰਿਆ ਨਹੀਂ। ਇੱਕ ਕੰਮ ਕਰ ਕਿ ਦਿਲੋਂ ਮੁਹੱਬਤ ਜਿਨ ਸਹੀ ਸਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕਚਿਆ। ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ, ਵਿਸਰਿਆ ਜਿਨ੍ਹਾਂ ਨਾਮ ਤੇ ਪੋਹੇ ਭਾਰ ਥੀ। ਜਿਨ੍ਹਾਂ ਨੂੰ ਨਾਮ ਭੁੱਲ ਗਿਆ ਉਹ ਧਰਤੀ ਤੇ ਭਾਰ ਨੇ। ਇਤਨੇ ਵਚਨ ਪ੍ਰਵਾਨ। ਗੁਰੂ ਕਿਰਪਾ ਕਰੇ ਕਿ ਅਸੀਂ ਖਾਸ ਕਰਕੇ ਧਾਰਮਿਕ ਸਥਾਨਾਂ ਤੇ ਰਹਿਣ ਵਾਲੇ ਲੋਕ, ਅਸੀਂ ਧਾਰਮਿਕ ਬਣ ਸਕੀਏ ਅਤੇ ਲਿਬਾਸ ਦੇ ਪਿੱਛੇ ਜੋ ਅਧਰਮ ਹੈ ਸਾਡੇ ਜੀਵਨ ਵਿੱਚੋਂ, ਗੁਰੂ ਕਿਰਪਾ ਕਰੇ ਇਹ ਕਿਤੇ ਸਾਡੇ ਜੀਵਨ ਵਿੱਚੋਂ ਅਧਰਮ ਮੁੱਕ ਜਾਏ ਤੇ ਬਾਹਰ ਜਿਵੇਂ ਧਰਮ ਦਾ ਲਿਬਾਸ ਹੈ, ਅੰਦਰ ਵੀ ਧਰਮ ਦਾ ਜਨਮ ਹੋਵੇ, ਅੰਦਰ ਵੀ ਖੁਦਾਈ ਜਿਹੜੀ ਉਹ ਪ੍ਰਗਟ ਹੋਵੇ। ਔਰ ਸਾਡਾ ਕਈ ਵਾਰੀ ਗੁਰੂ ਅੱਗੇ ਸੀਸ ਰੱਖਣ ਦਾ ਅਰਥ ਵੀ ਇਹ ਹੈ, ਸੀਸ ਝੁਕਾਉਣ ਦਾ ਅਰਥ ਹੀ ਇਹ ਹੈ ਕਿ ਸਤਿਗੁਰੂ ਆਪਣੀ ਖੁਦਾਈ ਸਾਡੇ ਸਿਰ ਵਿੱਚ ਪਾ ਦੇ। ਅਸੀਂ ਆਪਣਾ ਸਿਰ ਤੇਰੇ ਅੱਗੇ ਝੁਕਾ ਦਿੱਤਾ। ਮੱਥਾ ਟੇਕਣ ਦਾ ਅਰਥ ਹੀ ਇਹ ਹੈ ਕਿ ਹੇ ਖੁਦਾ, ਹੇ ਸਤਿਗੁਰੂ, ਆਪਣੀ ਖੁਦਾਈ, ਆਪਣੀ ਵਿਚਾਰਧਾਰਾ ਸਾਡੇ ਇਸ ਸਿਰ ਦੇ ਵਿੱਚ ਪਾ ਦੇ। ਅਸੀਂ ਸਿਰ ਤੇਰੇ ਅੱਗੇ ਅਰਪਣ ਕਰ ਦਿੱਤਾ। ਔਰ ਜਿਨ੍ਹਾਂ ਨੇ ਐਸਾ ਕੀਤਾ ਉਹਨਾਂ ਨੂੰ ਗੁਰੂ ਦੀ ਰਹਿਮਤਾਂ ਪ੍ਰਾਪਤ ਹੋਈਆਂ ਤੇ ਉਹਨਾਂ ਨੇ ਆਪਣੇ ਜੀਵਨ ਦੀ ਸੱਚਾਈ ਨੂੰ ਸਮਝ ਲਿਆ। ਇਤਨੇ ਵਚਨ ਪ੍ਰਵਾਨ। ਕੱਲ੍ਹ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ। ਉਸ ਸੰਬੰਧ ਦੇ ਵਿੱਚ ਆਪ ਸੰਗਤਾਂ ਨਾਲ ਵਿਚਾਰ ਸਾਂਝੀ ਕਰਾਂਗੇ। ਗੁਰੂ ਸਾਹਿਬ ਕਿਰਪਾ ਕਰਨ, ਆਪਣਾ ਮਿਹਰ ਦਾਤ ਰੱਖਣ ਸਾਰਿਆਂ ਤੇ, ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਣ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ।
ज्ञान ध्यान किच कर्म न जाना, सारा न जाना तेरी। सत्य है बड़ा सतगुरु नानक, जिन कल राखी मेरी। वाहिगुरु साहिब जी। सोरठ महला पंजवा। घर पहला अष्टपदियाँ। एक ओंकार सतगुर प्रसाद। सब जग जिन्हें उपाया भाई, करण कारण समरथ। ज्यो पिंड जिन साजया भाई, देकर अपनी वथ। सब जग जिन्हें उपाया भाई, करण कारण समरथ। जियो पिंड जिन साजया भाई, देकर अपनी वथ। जिन किन कहिए क्यों देखिया भाई, करता एक अकथ। गुर गोविंद सलाहिया भाई, जिस दे जापै तथ। मेरे मन जपिए हर भगवंता, नाम दान दे जन अपने, दुख दर्द का हंता। राहो जाके घर सब किच है भाई, नवनित भरे भंडार। तिसकी कीमत ना पवै भाई, ऊंचा अगम अपार। जी जंत प्रितपालदा भाई, नित नित करदा सार। सतगुर पूरा भेटिया भाई, शब्द मिलावन हार। सच्चे चरण सिरे वह भाई, प्रभु होवे नास। मिल संत सभा मन मांझिया भाई, हर के नाम निवास। मिटै अंधेरा अज्ञानता भाई, कमल होवे प्रकाश। गुर बचनी सुख उपजै भाई, सफल सतगुर पास। मेरा तेरा छोड़िया भाई, होइया सबकी धूर। घट घट ब्रह्म प्रसारिया भाई, पेखै सुनै हजूर। जित दिन विसरै पार ब्रह्म भाई, तित दिन मरियै झूर। करन करावन समर्थो भाई, सर्व कला भरपूर। प्रेम पदार्थ नाम है भाई, माया मोह विनाश। तिस भावै ता मेल ले भाई, हृदय नाम निवास। गुरमुख कमल प्रकाशिया भाई, हृदय होवै प्रकाश। प्रगट भया प्रताप प्रभ भाई, मोलिया धरत आकाश। गुरपुरै संतोखिया भाई, अहनस लागा भाओ। रसना राम रवै सदा भाई, साचा साध सुआओ। करनी सुन सुन जीव्या भाई, नहीं चल पाया थाओ। जिस प्रतीत न आवई भाई, सो जियड़ा जल जाओ। बहु गुण मेरे साहिब भाई, हों तिसकै बल जाओ। ओ अवगुणियारे पालदा भाई, दे निथावे थाओ। बिजक संभाहे सास सास भाई, गूढ़ा जाका नाओ। जिस गुर साचा भेटिया भाई, पूरा तिस करमाओ। तिस रूप घड़ी न जीविया भाई, सर्व कला भरपूर। सास गिरास न विसरै भाई, पेखो सदा हजूर। साधु संग मिलाया भाई, सरब रहा भरपूर। जिन्ना प्रीत न लग्या भाई,
ਸੇ ਨਿਤ ਨਿਤ ਮਰਦੇ ਝੂਰ ਅੰਚਲ ਲਾਏ ਤਰਾਇਆ ਭਾਈ ਪਉ ਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕਿਤੋਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਤਿਸ ਸ਼ਰਨਾਗਤੀ ਭਾਈ ਜੇ ਕਿਲਵਿਖ ਕਾਟਣ ਹਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਤਿਸ ਸ਼ਰਨਾਗਤੀ ਭਾਈ ਜੇ ਕਿਲਵਿਖ ਕਾਟਣ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹੇਲਾ ਰਾਗ ਗੌੜੀ ਦੇਵ ਕੀ ਮਹਿਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀਏ ਕਰਤੇ ਕਾ ਹੋਏ ਵਿਚਾਰ ਉਤਿਤ ਕਰ ਗਾਵੋ ਸੋਹੇਲਾ ਸਿਵਰ ਸਿਰਜਨਹਾਰੋ। ਤੁਮ ਗਾਵੋ ਮਿੰਦਰ ਪਹੁ ਕਾ ਸੋਹੇਲਾ ਹੂੰ ਵਾਰਿ ਸੋਹਲੇ ਸਦਾ ਸੁਖ ਹੋਏ ਰਹਾਓ। ਜਿਤਨੇ ਜਿਆੜੇ ਸੰਭਾਲਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਬਸ ਦਾਤੇ ਕਮ ਸਮਾਰ। ਸੰਮਤ ਸਾਲ ਲਿਖਿਆ ਅਮਲ ਕਰ ਪਾਵੋ ਤੇਲ ਦੇਹੁ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਕਰ ਕਰ ਇਹ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਤੇ ਆਵਨ। ਰਾਗ ਆਸਾ ਮਹਿਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਉਡਾਈ ਤੋਏ ਰਹਾਓ। ਇਸ ਵਿੱਚ ਅਸੀਆਂ ਘੜੀਆਂ ਪੈਰਾਂ ਤਤੀ ਵਾਰੀ ਮਹਾਂ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹਿਲਾ ਪਹਿਲਾ। ਗਗਨ ਮੈਂ ਥਾਲ ਰਵਚਨ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਬਹੁ ਖੜਨਾ ਤੇਰੀ ਆਰਤੀ। ਅਨਹਤਾ ਸਦਵਾਜਨ ਪਹਿਰੀ ਰਹਾਓ। ਸਹਿਸ ਤਬ ਨੈਨ ਨੈਨ ਹੈ ਤੋਏ ਕੋ ਸਹਿਸ ਮੂਰਤ ਨੈਕ ਤੋਹੀ। ਸਹਿਸ ਪਦ ਵਿਵਰਣਨ ਏਕ ਪਦ ਗੰਧ ਬਿਨ ਸਹਿਸ ਤਬ ਗੰਧਿਵ ਚਲਤ ਮੋਹੀ। ਸਭ ਮੈਂ ਜੋ ਜੋਤ ਹੈ ਸੋਏ ਤਿਸਦੈ ਚਾਨਨ ਸਭ ਮੈਂ ਚਾਨਨ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੁਆਰਤੀ ਹੋਏ। ਹਰ ਚਰਨ ਕਰਮ ਮਕਰਨ ਲੋਭਿਤ ਮਨਨ ਦਿਨੋ ਮੋਹੇ। ਆਹੀ ਪਿਆਸਾ ਕਿਰਪਾ ਜਲਦੇ ਨਾਨਕ ਸਾਰੰਗ ਕੋ ਹੋਏ ਜਾਤੇ। ਤੇਰੇ ਨਾਏ ਵਾਸਾ। ਰਾਗ ਗੌੜੀ ਪੂਰੀ ਮਹਿਲਾ ਚੌਥਾ। ਕਾਮ ਕ੍ਰੋਧ ਨਗਰ ਪੋ ਭਰਿਆ ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਾ ਲਖੇ ਗੁਰ ਪਾਇਆ ਮਨ ਹਲੀ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪਨ ਵੱਡਾਹੇ ਕਰ ਡੰਡੋਤ ਪਨ ਵੱਡਾਏ ਰਹਾਓ। ਸਾਖਤ ਹਰ ਸਾਧ ਨ ਜਾਣਿਆ ਤਿਨ ਅੰਤਰ ਹੋਮੈ ਕੰਡਾਹੇ। ਜੋ ਜੋ ਚਲੇ ਚੁਵੇ ਦੁਖ ਪਾਵੇਂ ਜਮ ਕਾਲ ਸਹਿ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਉ ਖੰਡਾਹੇ। ਆਪਣਾ ਸਿਵਰਕ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ। ਜਨ ਨਾਨਕ ਨਾਮ ਧਾਰ ਟੇਕ ਹੈਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰੀ ਮਹਿਲਾ ਪੰਜਵਾਂ। ਕਰੋ ਬੇਨਤੀ ਸੁਨਮ ਰਿਮਿਤਾ ਸਨ ਟਹਿਲ ਕੀ ਬੇਲਾ। ਇਹਾਂ ਖਾਟ ਚਲੋ ਹਰ ਲਾਹਾ ਕੇ ਵਸਨ ਸਵੇਲਾ। ਓਦ ਕਟੈ ਦਨਸਰੈ ਨਾਰੇ ਮਨ ਗੁਰ ਮਿਲਕਾ ਸਵਾਰੇ ਰਹਾਓ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪਿਆਵੈ ਇਹ ਰਸ ਅਕਤ ਕਥਾ ਤਿਨ ਜਾਨੀ। ਜਾਕੂ ਆਏ ਸੋਈ ਵਿਹਾ ਜੋ ਹਰ ਗੁਰ ਤੇ ਮਨੈ ਵਸੇਰਾ। ਨਿਜ ਕਰ ਮਹਿਲ ਪਾਉ ਸੁਖ ਸਹਿਜੇ ਬਹੁ ਨ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ ਮੁਖ ਕਰ ਸੰਤਨ ਕੀ ਧੂਰੇ। ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ ਮੁਖ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।